ਭੋਲੇ ਸੁਨਿਆਰੇ ਨੇ ਬੁਰਖਾ ਪਾ ਕੇ ਥੱਲੇ ਜਾ ਰਿਹਾ ਹੁੰਦਾ। ਭੋਲੇ ਸੁਨਿਆਰੇ ਦੀ ਨਾ ਇੱਕ ਗੱਲ ਹੀ ਸੀ ਕਿ ਭੋਲਾ ਸੁਨਿਆਰਾ ਜਦੋਂ ਚੱਲਦਾ ਸੀ ਨਾ ਤੇ ਉਹਦੀ ਚਸਟ ਇਸ ਤਰ੍ਹਾਂ ਹਿਲਦੀ ਸੀ, ਜਰਗ ਮਾਰਦੀ ਸੀ, ਜਿਵੇਂ ਲੇਡੀਜ਼ ਨਹੀਂ ਹੁੰਦੀ, ਉਹਦੀ ਚਸਟ ਬੜੀ ਵੱਡੀ ਸੀ। ਤੇ ਉਹ ਜਿਸਲੇ ਖਾਸਾਦਾਰ ਉਹਨੂੰ ਫਾਇਰ ਮਾਰਦਾ, ਭੋਲਾ ਸੁਨਿਆਰਾ ਇੱਕੋ ਹੀ ਫਾਇਰ ਨਾਲ ਮਰ ਜਾਂਦਾ। ਇਹਨਾਂ ਦੀ ਪੂਰੇ ਪਾਕਿਸਤਾਨ ਨਾਲ ਹੀ ਦੁਸ਼ਮਣੀ ਸੀ, ਹਰ ਕਿਸਮ ਨਾਲ ਵੈਰ ਸੀ ਕਿ ਜਿਹੜਾ ਦੁਸ਼ਮਣਦਾਰ ਭੋਲੇ ਸੁਨਿਆਰੇ ਨਾਲ ਤਲਕ ਬਣਾ ਕੇ ਪੈਸੇ ਪਹੁੰਚਾ ਦਿੰਦਾ ਸੀ ਤੇ ਉਹਦਾ ਮੁਖਾਲਫ ਕਤਲ ਹੋ ਜਾਂਦਾ ਸੀ। ਜਿਹੜਾ ਤੁਸੀਂ ਫਿਲਮਾਂ 'ਚ ਦੇਖਿਆ ਮਾਈਓ ਗੁੱਜਰ, ਭੋਲਾ ਸੁਨਿਆਰਾ, ਨਾਜੀ ਬੱਟ ਦੀਆਂ ਫਿਲਮਾਂ ਬਣੀਆਂ ਨੇ, ਉਹਨਾਂ 'ਚ ਭੋਲੇ ਸੁਨਿਆਰੇ ਦਾ ਜਿਹੜਾ ਜ਼ਿਕਰ ਆਇਆ ਨਾ ਕਿ ਮਾਈਓ ਗੁੱਜਰ ਨੂੰ ਉਹਨੇ ਛੁਡਾਇਆ 17 ਕਤਲਾਂ ਦੇ ਵਿੱਚ ਜੱਜ ਕੋਲੋਂ ਕਹਿ ਕੇ। ਭੋਲਾ ਸੁਨਿਆਰਾ ਬਹੁਤ ਵੱਡਾ ਹੈਂਡਲਰ ਤੇ ਬਹੁਤ ਵੱਡਾ ਹੈਂਡੀਕੈਪ ਬਣਾ ਵਾਲਾ ਬਦਮਾਸ਼ਾਂ ਦੇ ਵਿੱਚ, ਇਹੋ ਜਿਹਾ ਹੈਂਡਲਰ ਤੇ ਇਹੋ ਜਿਹਾ ਹੈਂਡੀਕੈਪ ਬਣਾਉਣ ਵਾਲਾ ਕਿ ਜਿਹੜੇ ਪ੍ਰੋਗਰਾਮ ਉਹਨੇ ਬਣਾ ਦਿੱਤੇ ਨੇ ਨਾ ਉਹ ਪੂਰੀ ਤਰ੍ਹਾਂ ਪੂਰੇ ਹੁੰਦੇ ਸੀ। ਤੇ ਸਿਆਲਕੋਟ ਦੀ ਤਾਰੀਖ ਨੇ ਫਿਰ ਚੌਧਰੀ ਵਸੀਮ ਅਲ ਮਾਰੂਫ ਛੀਨਾ ਲੂਲਾ ਨੂੰ ਇੰਤਹਾਈ ਵੱਡੇ ਨਾਮ ਤੋਂ ਯਾਦ ਕੀਤਾ ਕਿ ਉਹਨੇ ਕਿਸੇ ਵੀ ਆਪਣੇ ਮੁਖਾਲਫ ਨੂੰ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਚੈਨ ਨਾਲ ਨਹੀਂ ਬੈਠਣ ਦਿੱਤਾ। ਉੱਥੇ ਕੋਈ 28 ਬੰਦੇ ਮਰੇ ਸੀ ਤੇ ਕੋਈ 50-70 ਜ਼ਖਮੀ ਹੋ ਗਏ ਸੀ। ਤੇ ਪਰ ਇੰਨੇ ਕੁ ਸਫਾਕ, ਇੰਨੇ ਕੁ ਸੰਗ ਦੇ ਲੋਕ ਸੀ ਕਿ ਇਹਨਾਂ ਨੂੰ ਇਹ ਨਹੀਂ ਖਿਆਲ ਆਇਆ ਕਿ ਇੰਨੇ ਬੱਚੇ ਮਰ ਗਏ ਨੇ, ਇੰਨੇ ਬੰਦੇ ਜ਼ਖਮੀ, ਜਾ ਕੇ ਫੇਰ ਜਾ ਕੇ ਸੋ ਗਿਆ। ਤੇ ਹੈਂਡਲਰ ਜਿਹੜਾ ਸੀ ਨਾ ਜਿਹਨੇ ਸਾਰੇ ਪੈਸੇ ਲਏ ਸੀ ਉਹ ਭੋਲਾ ਸੁਨਿਆਰਾ ਹੀ ਸੀ। ਤੇ ਖਵਾਜਾ ਲੂਸੀ ਜਿਹੜਾ ਨਾ, ਉਹ ਕੁਝ ਲੋਕ ਇਹ ਕਹਿੰਦੇ ਨੇ ਕਿ ਖਵਾਜਾ ਲੂਸੀ ਨੇ ਉਹਨੂੰ ਖੁਦ ਮਾਰ ਦਿੱਤਾ, ਪਿਸ਼ਾਬ ਕਰ ਰਿਹਾ ਸੀ ਛੋਟਾ ਤੇ ਉਹਨੂੰ ਪਿੱਛੋਂ ਫਾਇਰ ਮਾਰ ਦਿੱਤੇ ਬੱਬੂ ਖਾਨ ਨੂੰ। ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਪੁਲਿਸ ਨੇ ਰੇਡ ਕੀਤਾ ਤੇ ਜਿਹੜਾ ਨਾ ਉਹ ਬੱਬੂ ਖਾਨ ਨੂੰ ਕਤਲ ਕਰਕੇ। ਉਸ ਤੋਂ ਬਾਅਦ ਭੋਲੇ ਸੁਨਿਆਰੇ ਹੋਰਾਂ ਦੀ ਜਿਹੜੀ ਦਹਿਸ਼ਤ ਸੀ ਉਹ ਬਹੁਤ ਜ਼ਿਆਦਾ ਵੱਧ ਗਈ ਸਿਆਲਕੋਟ ਦੇ ਵਿੱਚ। ਜਿੰਨੇ ਵੀ ਇਹਨਾਂ ਦੇ ਮੁਖਾਲਫ ਸੀ ਉਹਨਾਂ ਨੂੰ ਮਜਬੂਰਨ ਜਿਹੜਾ ਨਾ ਪਾਕਿਸਤਾਨ ਛੱਡਣਾ ਪੈ ਗਿਆ। ਮਾਈਓ ਗੁੱਜਰ ਨਾਲ ਬਹੁਤ ਪਿਆਰ ਕਰਦਾ ਸੀ। ਜਿੰਨੇ ਵੀ ਟੌਪ 10 ਦੇ ਇਸ਼ਤਿਹਾਰੀ ਸੀ ਨਾ ਉਹ ਸਭ ਤੋਂ ਜ਼ਿਆਦਾ ਕਰੀਬੀ ਜਿਹੜਾ ਸੀ ਉਹ ਮਾਈਓ गुज्जर ਦੇ ਨਾਲ ਸੀ। व्यूअर्स, वीडियो पर आने से पहले हमारे चैनल को सब्सक्राइब कर दें, लाइक कर दें और बेल आइकन के बटन को दबाना मत भूलिएगा। अस्सलाम वालेकुम नाज़रीन, मैं ਤੁਹਾਡਾ ਮੇਜ਼ਬਾਨ ਉਸਮਾਨ। ਤੁਸੀਂ ਦੇਖ ਰਹੇ ਹੋ ਯੂਕੇ ਡਿਜੀਟਲ। ਭੋਲਾ ਸੁਨਿਆਰਾ ਕਿੱਦਾਂ ਡੌਨ ਬਣਿਆ, ਕਿਸ ਤਰ੍ਹਾਂ ਜ਼ਿੰਦਗੀ ਗੁਜ਼ਰੀ ਤੇ ਕਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਦਹਿਸ਼ਤ ਹੁੰਦੀ ਸੀ, तमाम ਤਰ੍ਹਾਂ ਗੱਲਾਂ ਜਾਣਨ ਵਾਸਤੇ ਮੇਰੇ ਨਾਲ ਇਸ ਵਕਤ ਅਲੀ ਰਜ਼ਾ ਸ਼ਾਦੀ ਸਾਹਿਬ ਮੌਜੂਦ ਨੇ। अस्सलाम वालेकुम जी। वालेकुम सलाम। भोला सुनयारा ਮੁਹੱਲਾ ਸਾਲੋ ਕੀ ਗੁੱਜਰ ਸਿਆਲਕੋਟ ਦਾ ਰਿਹਾਇਸ਼ੀ ਸੀ। ਇੱਕ ਇੰਤਹਾਈ ਸ਼ਰੀਫ ਬੰਦਾ ਸੀ, ਆਮ ਜਿਹਾ ਬੰਦਾ ਜਿਵੇਂ ਸਿੰਪਲ ਹੁੰਦਾ। ਤੇ ਚੁਦਰਾਹਟ ਦੀ ਲੜਾਈ ਦੇ ਵਿੱਚ ਇਹਦਾ ਭਰਾ ਤੇ ਦੋ ਦੇ ਭਰਾ ਦੇ ਦੋਸਤ ਕਤਲ ਹੋ ਜਾਂਦੇ ਨੇ। ਪੱਪੂ ਬੱਟ ਨਾਮੀ ਸ਼ਖਸ ਦੇ ਕੋਲੋਂ ਮੈਂ ਇੱਕ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਮੇਰੇ ਕੋਲ ਮਿਸਟੇਕ ਹੋ ਗਈ। ਪੱਪੂ ਬੱਟ ਤੇ ਪੱਪੂ ਬਰਫ ਵਾਲਾ ਮੈਂ ਮਰਜ ਕਰ ਦਿੱਤੇ ਸੀ, ਹਾਲਾਂਕਿ ਇਹ ਦੋ ਅਲੱਗ-ਅਲੱਗ ਕਰੈਕਟਰ ਹੈਗੇ ਨੇ। ਪੱਪੂ ਬੱਟ ਦੇ ਨਾਲ ਇਹਦੀ ਨਾ ਮੁਖਾਲਫਤ ਪੈ ਜਾਂਦੀ ਹੈ। ਫਿਰ ਇਹ ਆਪਣੇ ਕਰੀਬੀ ਦੋਸਤ ਤੇ ਸਿਆਲਕੋਟ ਦੇ ਬੜੇ ਮਸ਼ਹੂਰ ਮਰੂਫ ਸ਼ਖਸੀਅਤ ਚੌਧਰੀ ਵਸੀਮ ਦੇ ਨਾਲ ਮਿਲ ਕੇ ਤੇ ਨਾਲ ਸ਼ੇਖ ਕੈਸਰ ਦੇ ਨਾਲ ਮਿਲ ਕੇ ਇਹਦੇ ਦੇ FIR ਕਰਵਾਉਂਦਾ ਹੈ। ਪੱਪੂ ਬੱਟ ਜਿਹੜਾ ਵੀ ਨਾਲ ਟੈਡੀ ਗੁੱਜਰ ਨੂੰ ਲੈ ਕੇ, ਨਾਲ ਇੱਕ ਭਿੰਗੀ ਕਲੈਸ਼ਨਕੋਫ ਨੂੰ ਲੈ ਕੇ ਨਾ ਇਹਨਾਂ ਤਿੰਨਾਂ ਤੇ ਅਟੈਕ ਕਰਦਾ। ਇਤਫਾਕੀ ਤੌਰ ਤੇ ਤਿੰਨੇ ਹੀ ਉਸ ਗੱਡੀ ਦੇ ਵਿੱਚ ਮੌਜੂਦ ਹੁੰਦੇ ਨੇ, ਜਿਹਦੇ ਵਿੱਚ ਸ਼ੇਖ ਕੈਸਰ ਜਾਮ ਹੱਕ ਹੋ ਜਾਂਦਾ ਤੇ ਭੋਲੇ ਸੁਨਿਆਰੇ ਦੇ ਮੂੰਹ ਤੇ ਫਾਇਰ ਵੱਜਦਾ, ਜਿਹੜਾ ਇਧਰੋਂ ਵੱਜ ਕੇ ਗਲ ਤੋਂ ਦੂਸਰੀ ਸਾਈਡ ਤੋਂ ਨਿਕਲ ਜਾਂਦਾ ਤੇ ਉਹਦੇ ਵਿੱਚ ਜਿਹੜਾ ਨਾ ਚੌਧਰੀ ਵਸੀਮ ਦੀ ਜਿਹਦੇ ਨਾਲ ਪੇਟ 'ਚ ਫਾਇਰ ਵੱਜਦਾ ਤੇ ਜਿਹਦੇ ਨਾਲ ਉਹ ਪੈਰਾਲਾਈਜ਼ ਹੋ ਜਾਂਦਾ। ਤੇ ਸਿਆਲਕੋਟ ਦੀ ਤਾਰੀਖ ਨੇ ਫਿਰ ਚੌਧਰੀ ਵਸੀਮ ਅਲ ਮਾਰੂਫ ਛੀਨਾ ਲੂਲਾ ਨੂੰ ਇੰਤਹਾਈ ਵੱਡੇ ਨਾਮ ਤੋਂ ਯਾਦ ਕੀਤਾ ਕਿ ਉਹਨੇ ਕਿਸੇ ਵੀ ਆਪਣੇ ਮੁਖਾਲਫ ਨੂੰ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਚੈਨ ਨਾਲ ਨਹੀਂ ਬੈਠਣ ਦਿੱਤਾ। ਭੋਲਾ ਸੁਨਿਆਰਾ ਫਿਰ ਉਸ ਤੋਂ ਬਾਅਦ ਜਿਹੜਾ ਵੇ ਬੱਬੂ ਖਾਨ ਦੇ ਨਾਲ ਆਪਣੀ ਦੋਸਤੀ ਕਰ ਲੈਂਦਾ ਹੈ। ਬੱਬੂ ਖਾਨ ਬਹੁਤ ਵੱਡਾ ਨਾਂ ਹੁੰਦਾ ਵੇ। ਬੱਬੂ ਖਾਨ ਜਿਹੜਾ ਉਹਦੇ ਮੁਖਤਲਿਫ ਨਾਂ ਹੁੰਦੇ ਨੇ, ਮਤਲਬ ਕਿ ਜਿਵੇਂ ਕਰਾਚੀ 'ਚ ਉਹਦਾ ਨਾਂ ਹਲਾਕੂ ਖਾਨ ਹੁੰਦਾ, ਲਾਹੌਰ 'ਚ ਉਹਦਾ ਕੁਛ ਨਾਂ ਹੁੰਦਾ, ਯਾਨੀ ਕਿ ਵੱਡਾ ਉਹ ਵੀ ਬ੍ਰਾਂਡ ਹੁੰਦਾ। ਤੇ ਉਹਦੀ ਪੱਪੂ ਬੱਟ ਦੇ ਨਾਲ ਪਹਿਲੇ ਦੋਸਤੀ ਹੁੰਦੀ ਹੈ, ਇਕੱਠੇ ਹੀ ਮੋਟਰਸਾਈਕਲਾਂ ਤੇ ਫਿਰਦੇ ਨੇ, ਸਾਰੇ ਕੰਮ-ਕੁਮ ਕਰਦੇ ਨੇ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਇਖਤਲਾਫ ਪੈ ਜਾਂਦੇ ਨੇ। ਫਿਰ ਉਹ ਭੋਲੇ ਸੁਨਿਆਰੇ ਦੇ ਨਾਲ ਬੱਬੂ ਖਾਨ ਜਿਹੜਾ ਦੋਸਤੀ ਕਰ ਲੈਂਦਾ ਹੈ। ਬੱਬੂ ਖਾਨ ਦਾ ਉਸ ਵਕਤ ਦੇ ਵਿੱਚ ਲੰਡੀ ਕੋਤਲ ਵਿੱਚ ਇੱਕ 20 ਕਨਾਲ ਦਾ ਡੇਰਾ ਸੀ, ਇੱਕ 10 ਕਨਾਲ ਦਾ ਡੇਰਾ ਸੀ ਤੇ ਨਸੀਬਾਬਾਦ ਵਿੱਚ। ਤੇ ਉਹ ਜਿਹੜਾ ਨਾ ਭੋਲੇ ਸੁਨਿਆਰੇ ਨਾਲ ਦੋਸਤੀ ਕਰਕੇ ਉਹਨੂੰ ਕਹਿੰਦਾ ਵੇ ਕਿ ਤੇਰੇ ਮੁਖਾਲਫ ਅੱਜ ਤੋਂ ਮੇਰੇ ਨੇ ਤੇ ਮੇਰੇ ਜਿਹੜੇ ਮੁਖਾਲਫ ਉਹ ਤੇਰੇ ਨੇ। ਫਿਰ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਜਿਹੜਾ ਨਾ ਪਹਿਲੀ ਦਫਾ ਬੱਬੂ ਖਾਨ ਨੇ ਬੁਰਖਾ ਪਾ ਕੇ ਅਟੈਕ ਕੀਤਾ ਭੋਲੇ ਸੁਨਿਆਰੇ ਦੇ ਮੁਖਾਲਫਾਂ ਤੇ, ਜਿਹਦੇ 'ਚ ਟੈਡੀ ਗੁੱਜਰ ਤੇ ਭਿੰਗੀ ਕਲਾਸ਼ਨਕੋਫ ਜਿਹੜਾ ਨਾ ਉਹ ਕਤਲ ਹੋ ਜਾਂਦਾ ਹੈ। ਉਹ ਜਿਸਲੇ ਇਹ ਬੜੇ ਸਟਰੋਂਗ ਹੋ ਜਾਂਦੇ ਨੇ, ਬੱਬੂ ਖਾਨ ਤੇ ਭੋਲਾ ਸੁਨਿਆਰਾ ਮਿਲ ਕੇ, ਨਾਲ ਇਹਦੇ ਨਾਲ ਮਾਈਓ ਗੁੱਜਰ ਅਟੈਚ ਹੋ ਜਾਂਦਾ ਹੈ। ਫਿਰ ਨਾਜੀ ਬੱਟ, ਫਿਰ ਸਾਰੇ ਯਾਨੀ ਕਿ ਇਸ਼ਤਿਹਾਰੀ ਜਿਹੜੇ ਨੇ, ਸਨਾ ਇਹ ਉਹ ਖਾਲਦ ਚਿੱਟਾ, ਇਹ ਅਟੈਚ ਹੋ ਜਾਂਦੇ ਨੇ। ਤੇ ਫਿਰ ਉਹ ਪੱਪੂ ਬੱਟ ਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਹੁਣ ਬਹੁਤ ਸਟਰੋਂਗ ਹੋ ਗਏ ਨੇ। ਫਿਰ ਉਹ ਦੁਬਈ ਨਿਕਲ ਜਾਂਦਾ ਹੈ। ਭੋਲਾ ਸੁਨਿਆਰਾ ਦਾ ਜਿਹੜਾ ਵੇ ਧਿਆਨ ਉਹ ਦੂਸਰੀ ਸਾਈਡਾਂ ਤੇ ਜਾਂਦਾ ਤੇ ਬੱਬੂ ਖਾਨ ਜਿਹੜਾ ਵੇ ਉਹ ਫਿਰ ਲੋਕਾਂ ਕੋਲੋਂ ਭੱਥਾ ਮੰਗਣਾ ਸ਼ੁਰੂ ਕਰ ਦਿੰਦਾ ਹੈ। ਐਸੇ ਚੱਕਰ ਵਿੱਚ ਵੀ ਉਹ ਸਾਗਾ ਕੰਪਨੀ ਵਾਲਿਆਂ ਕੋਲੋਂ ਵੀ ਪੈਸੇ ਮੰਗ ਲੈਂਦਾ ਹੈ।
ਉਹ ਸਾਗ ਵਾਲੇ ਜਿਹੜੇ ਨੇ ਉਹ ਬੜੇ ਸਟਰੋਂਗ ਨਾਮ ਹੈ ਪੂਰੀ ਦੁਨੀਆ ਦੇ ਵਿੱਚ। ਪੂਰੀ ਦੁਨੀਆ ਦੇ ਨਾਮ ਹੈਗਾ, ਜਿਨ੍ਹਾਂ ਨੇ ਕਿਹਾ ਕਿ ਸਿਆਲਕੋਟ ਦਾ ਨਾਮ ਸਾਗਾ ਸਟੇਟ ਕਰੋ ਤੇ ਅਸੀਂ ਪਾਕਿਸਤਾਨ ਦਾ ਕਰਜ਼ਾ ਲਾ ਲੈਂਦੇ ਹਾਂ। ਠੀਕ ਹੈ ਜੀ। ਉਹਨਾਂ ਕੋਲੋਂ ਪੈਸੇ ਮੰਗ ਲੈਂਦਾ, ਉਹਨਾਂ ਦੇ ਘਰ ਦੇ CSP DIG ਉਹਨਾਂ ਦੇ ਘਰ ਦੇ ਸਨ। ਉਹਨਾਂ ਨੇ ਵਜ਼ੀਰ ਆਲਾ ਪੰਜਾਬ ਮੀਆਂ ਮੁਹੰਮਦ ਸ਼ਬਾਜ਼ ਸ਼ਰੀਫ ਨੂੰ ਕੰਪਲੇਨ ਕੀਤੀ। ਉਹ ਪੂਰੀ ਮਸ਼ੀਨਰੀ ਜਿਹੜੀ ਹੈ ਬੱਬੂ ਖਾਨ ਦੇ ਪਿੱਛੇ ਹੋ ਗਈ। ਬੱਬੂ ਖਾਨ ਵਾਚ ਕਰਨਾ ਸ਼ੁਰੂ ਕਰਦਾ। ਬੱਬੂ ਖਾਨ ਜਿਹੜਾ ਵੇ ਉਹ ਇੱਕ ਦਿਨ ਲਾਹੌਰ ਤੋਂ ਜਿਹੜਾ ਵੇ ਹੁਮਾਯੂੰ ਗੁੱਜਰ ਦੇ ਨਾਲ ਤੇ ਆਪਣੇ ਕਜ਼ਨ ਕੈਸਰ ਖਾਨ ਦੇ ਨਾਲ ਜਿਹੜਾ ਨਾ ਸਿਆਲਕੋਟ ਵਾਲੀ ਸਾਈਡ ਤੇ ਜਾ ਰਿਹਾ ਤੇ ਉਹਦਾ ਦਿਲ ਕਰਦਾ ਵੇ ਕਿ ਮੈਂ ਆਪਣੇ ਦੋਸਤ ਜਿਹੜਾ ਨਾ ਖਵਾਜਾ ਲੂਸੀ ਦੇ ਕੋਲ ਅੱਜ ਦੀ ਰਾਤ ਰਹਿ ਲਵਾਂ ਗੁਜਰਾ ਵਾਲੇ। ਉਹ ਖਵਾਜਾ ਲੂਸੀ ਕੋਲ ਰੁਕ ਜਾਂਦਾ ਵੇ ਤੇ ਖਵਾਜਾ ਲੂਸੀ ਜਿਹੜਾ ਨਾ ਉਹ ਕੁਝ ਲੋਕ ਕਹਿੰਦੇ ਨੇ ਕਿ ਖਵਾਜਾ ਲੂਸੀ ਨੇ ਉਹਨੂੰ ਖੁਦ ਮਾਰ ਦਿੱਤਾ, ਪਿਸ਼ਾਬ ਕਰ ਰਿਹਾ ਸੀ ਛੋਟਾ ਤੇ ਉਹਨੂੰ ਪਿੱਛੋਂ ਫਾਇਰ ਮਾਰ ਦਿੱਤੇ ਬੱਬੂ ਖਾਨ ਨੂੰ। ਤੇ ਕੁਝ ਲੋਕ ਕਹਿੰਦੇ ਨੇ ਕਿ ਪੁਲਿਸ ਨੇ ਰੇਡ ਕੀਤਾ ਤੇ ਜਿਹੜਾ ਨਾ ਉਹ ਬੱਬੂ ਖਾਨ ਨੂੰ ਕਤਲ ਕਰਕੇ ਪੁਲਿਸ ਮੁਕਾਬਲਾ ਕਰਕੇ ਤੇ ਉਸ ਤੋਂ ਬਾਅਦ ਪੂਰੇ ਸਿਆਲਕੋਟ ਗੁਜਰਾਂਵਾਲਾ ਚ ਫਰਾਇਆ ਕਿ ਲੋ ਜੀ ਬੱਬੂ ਖਾਨ ਦੀ ਦਹਿਸ਼ਤ ਦਾ ਸੂਰਜ ਗਰੂਬ ਹੋ ਗਿਆ। ਤੇ ਇਹ ਕੁਛ ਇਸ ਤਰ੍ਹਾਂ ਦੀ ਮਿਲਦੀ ਜੁਲਦੀ ਇਤਲਾਹ ਹੈਗੀਆਂ ਨੇ। ਤੇ ਉਸ ਤੋਂ ਬਾਅਦ ਫਿਰ ਜਿਸਲੇ ਇਹ ਵੀ ਇਤਲਾਹ ਭੋਲੇ ਸੁਨਿਆਰਾ ਦੀ ਪਹੁੰਚਦੀ ਤੇ ਭੋਲਾ ਸੁਨਿਆਰਾ ਜਿਹੜਾ ਉਹ ਬੜਾ ਜ਼ੁਰਦਾ ਹੁੰਦਾ ਵੇ ਕਿ ਮੇਰੇ ਤੇ ਦੋਸਤਾਂ ਦੇ ਕਤਲਾਂ ਦੇ ਕਿੰਨੇ ਕੁ ਭਾਰ ਪੈਣੇ ਨੇ। ਉਹ ਫਿਰ ਜਿਹੜਾ ਵੇ ਕੈਸਰ ਨੂੰ ਤੇ ਹੁਮਾਯੂੰ ਗੁੱਜਰ ਨੂੰ ਤਿਆਰ ਕਰਦਾ, ਨਾਲ ਹੋਰ ਟੀਮ ਤਿਆਰ ਕਰਦਾ ਵੇ ਕਿ ਖਵਾਜਾ ਲੂਸੀ ਤੇ ਅਟੈਕ ਕਰੋ। ਖਵਾਜਾ ਲੂਸੀ ਵੀ ਜਿਹੜਾ ਬੜਾ ਅਲਰਟ ਬੰਦਾ ਹੁੰਦਾ ਹੈ, ਉਹ ਵੀ 20-25 ਗਨਮੈਨ ਰੱਖਦਾ, ਨਾਲ ਬੁਲਟ ਪ੍ਰੂਫ ਜੈਕਟ ਵੀ ਪਹਿਨਦਾ ਪਰ ਇਹ ਫੇਰ ਵੀ ਉਹਦੇ ਤੇ ਅਟੈਕ ਕਰਦੇ ਨੇ। ਤੇ ਹੁਮਾਯੂੰ ਗੁੱਜਰ ਜਿਹੜਾ ਨਾ ਬੜਾ ਨਿਸ਼ਾਨੇਬਾਜ਼ ਹੁੰਦਾ ਵੇ, ਉਹ ਇਹਦੇ ਸਿਰ 'ਚ ਫਾਇਰ ਮਾਰਦਾ ਖਵਾਜਾ ਲੂਸੀ ਦੇ। ਖਵਾਜਾ ਲੂਸੀ ਦੇ ਸਿਰ 'ਚ ਫਾਇਰ ਵੱਜਣ ਦੇ ਨਾਲ ਖਵਾਜਾ ਲੂਸੀ ਮਰਡਰ ਹੋ ਜਾਂਦਾ ਹੈ। ਉਸ ਤੋਂ ਬਾਅਦ ਭੋਲੇ ਸੁਨਿਆਰੇ ਹੋਰਾਂ ਦੀ ਜਿਹੜੀ ਦਹਿਸ਼ਤ ਸੀ ਉਹ ਬਹੁਤ ਜ਼ਿਆਦਾ ਵੱਧ ਗਈ ਸਿਆਲਕੋਟ ਦੇ ਵਿੱਚ। ਜਿੰਨੇ ਵੀ ਇਹਨਾਂ ਦੇ ਮੁਖਾਲਫ ਸੀ ਉਹਨਾਂ ਨੂੰ ਮਜਬੂਰਨ ਜਿਹੜਾ ਨਾ ਪਾਕਿਸਤਾਨ ਛੱਡਣਾ ਪੈ ਗਿਆ। ਅੱਛਾ, ਇਹਨਾਂ ਦੀ ਜਿਹੜੀ ਵੱਡੀ ਦੁਸ਼ਮਣੀਆਂ ਸਨ ਉਹ ਕਿਹਨਾਂ ਲੋਕਾਂ ਨਾਲ ਸੀ? ਇਹਨਾਂ ਦੀ ਪੂਰੇ ਪਾਕਿਸਤਾਨ ਨਾਲ ਹੀ ਦੁਸ਼ਮਣੀ ਸੀ। ਹਰ ਕਿਸ ਨਾਲ ਵੈਰ ਲਿੱਤਾ? ਹਰ ਕਿਸਮਤ ਨਾਲ ਇਹ ਵੈਰ ਸੀ ਕਿ ਜਿਹੜਾ ਦੁਸ਼ਮਣਦਾਰ ਭੋਲੇ ਸੁਨਿਆਰੇ ਨਾਲ ਤਲਕ ਬਣਾ ਕੇ ਪੈਸੇ ਪਹੁੰਚਾ ਦਿੰਦਾ ਸੀ ਤੇ ਉਹਦਾ ਮੁਖਾਲਫ ਕਤਲ ਹੋ ਜਾਂਦਾ ਸੀ। ਅੱਛਾ, ਉਸ ਤੋਂ ਬਾਅਦ ਜਦੋਂ ਇਹ ਮਾਮਲਾਤ ਹੋ ਜਾਂਦੇ ਨੇ ਤੇ ਫਿਰ ਜਿਹੜਾ ਇਹਦਾ ਬੱਬੂ ਬੱਟ ਦਾ ਕਜ਼ਨ ਹੁੰਦਾ ਹੈ ਕੈਸਰ ਖਾਨ, ਉਹ ਉਹਨੂੰ ਕਹਿੰਦਾ ਕਿ ਬਈ ਇਹ ਤੇ ਸਾਡੀ ਜਿਹੜਾ ਡੇਰਾ ਹੈਗਾ ਵੇ 20 ਕਨਾਲ ਵਾਲਾ ਤੇ 10 ਕਨਾਲ ਵਾਲਾ, ਤੇ ਇੱਥੇ ਦੀ ਆਮਦਨ ਬਹੁਤ ਜ਼ਿਆਦਾ ਹੈ ਕਿਉਂਕਿ ਜਿੰਨੇ ਵੀ ਸਿਹਾਰੀ ਉੱਥੇ ਪਨਾਹ ਲੈਂਦੇ ਸੀ ਉਹ ਉੱਥੇ ਪੈਸੇ ਮੰਗਾਉਂਦੇ ਸੀ। ਤੇ ਫਿਰ ਜ਼ਾਹਰੀ ਬਾਤ ਹੈ ਜਿੱਥੇ ਪੈਸੇ ਆਉਂਦੇ ਨੇ ਫਿਰ ਉੱਥੇ ਪੈਸੇ ਦੇਣੇ ਵੀ ਚਾਹੀਦੇ ਨੇ। ਉਹ ਭੱਤਾ ਵਿੱਚੋਂ ਨਿਕਲਦਾ ਵੀ ਸੀ ਥੋੜਾ ਬਹੁਤਾ। ਤੇ ਉਹ ਕਹਿੰਦਾ ਵੇ ਕਿ ਇੱਥੋਂ ਦੀ ਇਜਾਰਾਦਾਰੀ, ਇੱਥੋਂ ਦੀ ਚੁਧਰਾਹਟ ਦੇ ਜਿਹੜੇ ਫੈਸਲੇ ਨੇ ਉਹ ਮੈਂ ਕਰਾਂਗਾ। ਭੋਲਾ ਸੁਨਿਆਰਾ ਕਹਿੰਦਾ ਮੈਂ ਕਰਾਂਗਾ। ਉਹ ਫਿਰ ਭੋਲਾ ਸੁਨਿਆਰਾ ਇਹ ਕਹਿੰਦਾ ਵੇ ਕਿ ਯਾਰ ਮੈਂ ਤੇਰੇ ਨਾਲ ਲੜਾਈ ਨਹੀਂ ਪਾਣਾ ਚਾਹੁੰਦਾ, ਤੂੰ ਜਿਹੜਾ ਨਾ VOTING ਕਰਾ ਲੈ। ਉਸ ਵਕਤ ਦੇ ਜਿਹੜੇ ਇਸ਼ਤਿਹਾਰੀ ਹੁੰਦੇ ਨੇ ਨਾ ਭੋਲਾ ਸੁਨਿਆਰਾ ਉਹਨਾਂ ਦੇ ਕੋਲੋਂ VOTING ਕਰਾਉਂਦਾ ਹੈ ਤੇ ਉਹ ਜ਼ਿਆਦਾ ਵੋਟ ਜਿਹੜੇ ਨਾ ਭੋਲੇ ਸੁਨਿਆਰੇ ਨੂੰ ਪਾਈ ਜਾਂਦੇ ਨੇ। ਤੇ ਕੈਸਰਾ ਜਿਹੜਾ ਵੇ ਇਸ ਗੱਲ ਨੂੰ ਮਾਈਂਡ ਕਰ ਜਾਂਦਾ ਤੇ ਕੈਸਰਾ ਜਿਹੜਾ ਨਾ ਫਿਰ ਉਹ ਆ ਜਾਂਦਾ ਵਾਪਸ। ਉਹ ਲਾਹੌਰ ਆ ਕੇ ਨਾ ਫਿਰ ਇੱਕ ਬੜੀ ਮਸ਼ਹੂਰ ਮਰੂਫ ਤਾਜਰ ਜਿਹਦਾ ਨਾਮ ਬਿੱਲਾ ਟਰੱਕਾਂ ਵਾਲਾ ਹੈ, ਉਹ ਬਿੱਲੇ ਟਰੱਕਾਂ ਵਾਲੇ ਦੇ ਕੋਲ ਰਿਹਾਇਸ਼ ਵਜ਼ੀਰ ਹੋ ਜਾਂਦਾ ਹੈ। ਬਿੱਲੇ ਟਰੱਕਾਂ ਵਾਲੇ ਦੇ ਬੇਟੇ ਟੀਪੂ ਟਰੱਕਾਂ ਵਾਲੇ ਦਾ ਵੀ ਪਰਚਾ ਹੈ, ਉਹਦੀ ਜ਼ਮਾਨਤ ਜਲਦੀ ਹੋ ਜਾਂਦੀ। ਇਸ ਗੱਲ ਤੋਂ ਜਿਹੜਾ ਵੇ ਉਹ ਬਾਬਾ ਨੀਫਾ ਜਿਹੜਾ ਵੇ ਉਹ ਬਿੱਲੇ ਟਰੱਕਾਂ ਵਾਲੇ ਨੂੰ ਅਬਿਊਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਫਿਰ ਇਹ ਆ ਕੇ ਆਪਣੀ ਫਿਲਮ ਇੱਕ ਬਣਾਉਂਦੇ ਨੇ ਫੌਜਾ। ਇਹ ਫੌਜਾ ਫਿਲਮ ਦੀ ਸ਼ੂਟਿੰਗ ਅਸੀਂ ਜਾ ਰਹੇ ਹੁੰਦੇ ਨੇ, ਰੋਜ਼ ਜਾ ਰਹੇ ਹੁੰਦੇ ਨੇ, ਰੋਜ਼ ਆ ਰਹੇ ਹੁੰਦੇ ਨੇ। ਤੇ ਬਿੱਲਾ ਟਰੱਕਾਂ ਵਾਲਾ ਕੈਸਰ ਨੂੰ ਕਹਿੰਦਾ ਕਿ ਤੂੰ ਹੁਣ ਜਾ ਕੇ ਨਾ ਇਹਨਾਂ ਤੇ ਅਟੈਕ ਕਰਦੇ, ਇਹਨਾਂ ਦੋਵਾਂ ਨੂੰ ਜਿਹੜਾ ਨਾ ਖਤਮ ਕਰ ਦੇ। ਜਿਸਲੇ ਕੈਸਰਾ ਉਹਨਾਂ ਨੂੰ ਸ਼ੂਟਿੰਗ ਦੇ ਦੌਰਾਨ ਜਾ ਕੇ ਮਾਰਨ ਜਾਂਦਾ ਸ਼ਾਹਨੂਰ ਸਟੂਡੀਓ, ਉਹ ਸ਼ਾਹਨੂਰ ਸਟੂਡੀਓ ਬਾਬਾ ਤੇ ਨੀਫਾ ਦੇ ਨਹੀਂ ਮਿਲਦੇ। ਤੇ ਭੋਲੇ ਸੁਨਿਆਰੇ ਦਾ ਕਰੀਬੀ ਦੋਸਤ ਜਿਹੜਾ ਨਾ ਪੀਰ ਚੱਕਰੀ ਨਾਮੀ, ਉਹ ਤੁਸੀਂ ਫਿਲਮਾਂ ਵੀ ਦੇਖੀਆਂ ਹੋਣਗੀਆਂ, ਪੀਰ ਚੱਕਰੀ ਦਾ ਵਿੱਚ ਜ਼ਿਕਰ ਆਉਂਦਾ ਵੇ ਤੇ ਉਹ ਰੋਲ ਹੈਗਾ ਪੀਰ ਚੱਕਰੀ ਦਾ ਬਕਾਇਦਾ। ਉਹ ਭੋਲੇ ਸੁਨਿਆਰੇ ਦਾ ਕਰੀਬੀ ਦੋਸਤ ਹੁੰਦਾ ਸ਼ਰੀਫ ਆਦਮੀ ਹੈ। ਉਹ ਜਿਸਲੇ ਕੈਸਰੇ ਨੂੰ ਵੇਖਦਾ ਨਾ ਉਹ ਜਾਣਦਾ ਕਿ ਕੈਸਰਾ ਬਹੁਤ ਖਤਰਨਾਕ ਬੰਦਾ ਹੈ ਵੇ, ਬੰਦੇ ਮਾਰੂ ਹੈ। ਉਹ ਕੈਸਰੇ ਨੂੰ ਕਹਿੰਦਾ ਕਿ ਕੈਸਰੇ ਤੂੰ ਕਿੱਧਰ ਆਇਆ? ਉਹ ਕਹਿੰਦਾ ਯਾਰ ਮੈਂ ਵੈਸੇ ਹੀ ਲੰਘਦਾ ਆ ਗਿਆ ਵਾਂ। ਉਹ ਕਹਿੰਦਾ ਨਹੀਂ ਮੈਨੂੰ ਦੱਸ, ਮੈਂ ਤੇਰੀ ਉਹਦੇ ਨਾਲ ਮੁਕਮਗਾ ਕਰਾ ਦੇਣਾ, ਮੈਂ ਭੋਲੇ ਨਾਲ ਵੀ ਗੱਲ ਕਰ ਲੈਣਾ ਵਾ। ਉਹਨੂੰ ਪਤਾ ਹੈ ਕਿ ਭੋਲੇ ਨਾਲ ਇਹਦੇ ਖਿਲਾਫ ਨੇ ਲੱਗਦਾ ਕੋਈ ਮਾਮਲਾ ਖਰਾਬ ਕਰਨ ਆਇਆ ਵੇ, ਉਹਦੇ ਭਰਾ ਵੀ ਇਹ ਉਹ। ਤੇ ਉਹ ਨਾ ਉਹਨੂੰ ਰਿਕੁਐਸਟ ਕਰਦਾ ਵੇ ਪੀਰ ਚੱਕਰੀ ਕਿ ਮੈਨੂੰ ਦੱਸ। ਉਹ ਪੀਰ ਚੱਕਰੀ ਨੂੰ ਟਾਲਣ ਦੀ ਕੋਸ਼ਿਸ਼ ਕਰਦਾ, ਪੀਰ ਚੱਕਰੀ ਉਹਨੂੰ ਚਮੜੀ ਜਾਂਦਾ ਵੇ। ਉਹ ਅਖੀਰ ਪੀਰ ਚੱਕਰੀ ਦੇ ਸਿਰ 'ਚ ਹੀ ਫਾਇਰ ਮਾਰਦਾ ਤੇ ਪੀਰ ਚੱਕਰੀ ਨੂੰ ਆਪਣੀ ਗੱਡੀ ਦੀ ਡਿੱਗੀ 'ਚ ਬੰਦ ਕਰਦਾ ਤੇ ਉੱਥੋਂ ਲੈ ਕੇ ਨਿਕਲ ਜਾਂਦਾ। ਭੋਲੇ ਸੁਨਿਆਰੇ ਨੂੰ ਨਾ PDCL ਦੇ ਉੱਤੇ ਕੋਈ ਬੰਦਾ ਫੋਨ ਕਰਕੇ ਦੱਸਦਾ ਕਿ ਪੀਰ ਚੱਕਰੀ ਵੀ ਕਤਲ ਹੋ ਗਿਆ। ਭੋਲੇ ਸੁਨਿਆਰੇ ਦਾ ਇੱਕ ਹੋਰ ਦੋਸਤ ਵੀ ਕਤਲ ਹੋ ਗਿਆ। ਭੋਲੇ ਸੁਨਿਆਰੇ ਨੂੰ ਫੇਰ ਪ੍ਰੈਸ਼ਰ ਹੋ ਜਾਂਦਾ ਕਿ ਯਾਰ ਮੇਰੇ ਕਿੰਨੇ ਕੁ ਦੋਸਤਾਂ ਦਾ ਮੇਰੇ ਤੇ ਭਾਰ ਪੈਣਾ ਐਵੇਂ। ਉਹ ਕਹਿੰਦਾ ਇਹਨੂੰ ਕਿਹਨੇ ਕਤਲ ਕੀਤਾ? ਉਹ ਕਹਿੰਦੇ ਕੈਸਰੇ ਨੇ ਕਤਲ ਕੀਤਾ। ਉਹ ਕਹਿੰਦਾ ਕੈਸਰਾ ਕਿਹਦੇ ਕੋਲ ਰਹਿੰਦਾ ਹੈ? ਉਹਨੂੰ ਦੱਸਣ ਵਾਲੇ ਦੱਸਦੇ ਨੇ ਕਿ ਕੈਸਰਾ ਜਿਹੜਾ ਨਾ ਉਹ ਬਿੱਲੇ ਟਰੱਕਾਂ ਵਾਲੇ ਕੋਲ ਰਹਿੰਦਾ ਤੇ ਲਾਹੌਰ ਦੀ ਬੜੀ ਮਰੂਫ ਸ਼ਖਸੀਅਤ ਹੈਗੀ ਹੈ। ਉਹ ਕਹਿੰਦਾ ਅੱਛਾ ਤੇ ਜਿਹੜੇ ਬਿੱਲੇ ਟਰੱਕਾਂ ਵਾਲੇ ਦੇ ਮੁਖਾਲਫ ਨੇ ਨਾ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੋ। ਉਹਨੂੰ ਦੱਸਦਾ ਵੇ ਤੇ ਉਹ ਫਿਰ ਨਵੀਂ ਟੀਮ ਇੱਕ ਤਸ਼ਕੀਲ ਦਿੰਦਾ, ਇੱਕ ਅਟੈਕ ਕਰਦੇ ਨੇ ਬਾਬਾ ਤੇ ਨੀਫਾ। ਪਰ ਉਹਨਾਂ ਨੂੰ ਡੇਰੇ ਦੇ ਬਾਹਰ ਹੀ ਜਿਹੜਾ ਨਾ ਬਾਹਰ ਹੀ ਉਹਨਾਂ ਦੇ ਉੱਤੇ ਵੀ ਫਾਇਰਿੰਗ ਹੋ ਜਾਂਦੀ ਹੈ ਤੇ ਕਲਾਸ਼ਨ ਬੰਦ ਹੋ ਜਾਂਦੀ ਹੈ ਇਹਨਾਂ ਦੀ। ਜਵਾਬੀ ਫਾਇਰਿੰਗ ਹੁੰਦੀ? ਹਾਂ, ਜਵਾਬੀ ਫਾਇਰਿੰਗ ਹੁੰਦੀ। ਬਾਬੇ ਨੀਫੇ ਦੀ ਕਲਾਸ਼ਨ ਬੰਦ ਹੋ ਜਾਂਦੀ ਹੈ ਤੇ ਉਹ ਨਾ ਅਟੈਕ ਨਾਕਾਮ
ਕਾਮਯਾਬ ਹੁੰਦਾ ਹੈ ਤੇ ਉਸ ਤੋਂ ਬਾਅਦ ਫਿਰ ਨਵੀਂ ਟੀਮ ਜਿਹੜੀ ਨਾ ਤਸ਼ਕੀਲ ਦਿੰਦਾ ਹੈ ਭੋਲਾ ਸੁਨਿਆਰਾ, ਉਹ ਅਟੈਕ ਕਰਦੇ ਨੇ ਤੇ ਬਿਲਾ ਟਰੱਕਾਂ ਵਾਲਾ ਜਿਹੜਾ ਨਾ ਉਹ ਖੱਲ ਕੇ ਘੀਕੀ ਨਾ ਜਾ ਮਿਲਦਾ, ਜਾਮ ਹੱਕ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਵੇ ਟੀਪੂ ਟਰਕਾ ਵਾਲਾ ਪਰਚਾ ਤੇ ਆਪਣੇ ਮੁਖਾਲਫਾਂ ਦੀ ਕਰਾ ਦਿੰਦਾ, ਯਾਨੀ ਕਿ ਬਾਬੇ ਦਾ, ਹਨੀਫੇ ਦਾ, ਵੀਦੀਆਂ ਦਾ, ਉਹਦੇ ਭਰਾ ਦਾ, ਹਨੀ ਦਾ। ਤੇ ਇਸ ਤਰ੍ਹਾਂ ਜਿਹੜਾ ਨਾ ਉਹ ਪਰਚੇ ਤੋਂ ਬਾਅਦ ਕੁਝ ਦਿਨਾਂ ਬਾਅਦ ਟੀਪੂ ਟਰਕਾ ਵਾਲੇ ਨੂੰ ਇਸ ਚੀਜ਼ ਦਾ ਪਤਾ ਚੱਲ ਜਾਂਦਾ ਵੇ ਕਿ ਭੋਲਾ ਸੁਨਿਆਰਾ ਪਿੱਛੇ ਹੈਗਾ। ਤੇ ਜਿਹੜਾ ਇਹਦਾ ਮੁਖਾਲਫ ਹੁੰਦਾ ਵੇ ਪੱਪੂ ਬੱਡ, ਉਹ ਦੁਬਈ ਨੱਸ ਗਿਆ ਹੁੰਦਾ ਵੇ। ਭੋਲਾ ਸੁਨਿਆਰਾ ਦਾ ਕੋਈ ਇਸ ਟਾਈਮ ਤੇ ਮੁਖਾਲਫ ਨਹੀਂ ਹੁੰਦਾ। ਭੋਲੇ ਸੁਨਿਆਰੇ ਦਾ ਜਿਹੜਾ ਜ਼ੁਲਮੋ ਬਰਬੀਅਤ ਦਾ ਸੂਰਜ ਹੈ ਨਾ, ਉਹ ਫੁੱਲ ਅਰੂਜ ਤੇ ਹੁੰਦਾ, ਆਬੋ ਤਾਪ ਤੇ ਹੁੰਦਾ। ਜਿਵੇਂ ਸੂਰਜ ਨਿਕਲੇ ਤੇ ਅਸੀਂ ਉਹਦੇ ਵੱਲ ਤੱਕ ਨਹੀਂ ਨਾ ਸਕਦੇ ਦੁਪਹਿਰ ਦੇ ਟਾਈਮ ਤੇ, ਇਸ ਤਰ੍ਹਾਂ ਕੋਈ ਬਦਮਾਸ਼, ਕੋਈ ਸਪਾਰੀ ਕਿਲਰ, ਕੋਈ ਬੰਦਾ ਭੋਲੇ ਸੁਨਿਆਰੇ ਨੂੰ ਚੈਲੰਜ ਨਹੀਂ ਸੀ ਕਰ ਸਕਦਾ। ਜਿਹੜਾ ਤੁਸੀਂ ਫਿਲਮਾਂ 'ਚ ਦੇਖਿਆ, ਮਾਈਓ ਗੁੱਜਰ, ਭੋਲਾ ਸੁਨਿਆਰਾ, ਨਾਜੀ ਬੱਟ ਦੀਆਂ ਫਿਲਮਾਂ ਬਣੀਆਂ ਨੇ, ਉਹਨਾਂ 'ਚ ਭੋਲੇ ਸੁਨਿਆਰੇ ਦਾ ਜਿਹੜਾ ਜ਼ਿਕਰ ਆਇਆ ਨਾ ਕਿ ਮਾਈਓ ਗੁੱਜਰ ਨੂੰ ਉਹਨੇ ਛੁਡਾਇਆ 17 ਕਤਲਾਂ ਦੇ ਵਿੱਚ, ਜੱਜ ਕੋਲੋਂ ਕਹਿ ਕੇ, ਇਹ ਹਕੀਕੀ ਵਾਕਿਆਤ ਹੈਗੇ ਨੇ। ਜਿਹੜੇ ਅਨਆਫੀਸ਼ੀਅਲ ਕਤਲ ਸੀ, ਜਿਹੜੇ ਮਤਲਬ ਕਿ ਆਫੀਸ਼ੀਅਲ ਕਤਲ ਸੀ, ਜਿਹੜੇ ਅਨਆਫੀਸ਼ੀਅਲ ਸੀ ਉਹਨਾਂ ਦਾ ਤਾਂ ਪਤਾ ਹੀ ਨਹੀਂ ਕਿ ਕਿੰਨੇ ਮਾਈਓ ਗੁੱਜਰ ਨੇ ਕਤਲ ਕੀਤੇ ਹੋਏ ਸਨ। ਇਹ ਵੀ ਸੁਣਿਆ ਕਿ ਇਹਨਾਂ ਨੇ ਇੱਕ ਕੈਦੀਆਂ ਦੀ ਵੈਨ ਤੇ ਵੀ ਹਮਲਾ ਕੀਤਾ ਸੀ। ਉਸ ਵਕਤ ਦਾ ਇੱਕ ਬੜਾ ਮਸ਼ਹੂਰ ਇੰਸਪੈਕਟਰ ਹੋਇਆ ਤਾਹਰ ਖਾਨ, ਉਹ ਨਾ ਇੰਟਰਪੋਲ ਦੇ ਥਰੂ ਪੱਪੂ ਬੱਟ ਫੜਿਆ ਜਾਂਦਾ ਤੇ ਉਹਨੂੰ ਫਿਰ ਦੁਬਈ ਤੋਂ ਪਹਿਲਾਂ ਹੀ ਵਾਕਿਆ ਹੋਇਆ, ਦੁਬਈ ਦੇ ਵਿੱਚੋਂ ਪਾਕਿਸਤਾਨੀ ਜਿਹੜੇ ਨਾ ਬੰਦਾ ਕਿਸੇ ਨੂੰ ਇੰਟਰਪੋਲ ਦੇ ਥਰੂ ਲਿਆਉਣਾ, ਉਹ ਪੱਪੂ ਬੱਟ ਨੂੰ ਲਿਆਂਦਾ ਗਿਆ। ਪੱਪੂ ਬੱਟ ਤੇ ਕੈਸਰ ਖਾਨ ਜਿਹੜਾ ਕਿ ਉਹਦਾ ਭਰਾ ਆਮਰ ਖਾਨ ਹੁੰਦਾ, ਉਹ ਜੇਲ੍ਹ 'ਚ ਹੁੰਦੇ ਨੇ। ਕੈਸਰ ਖਾਨ ਦੇ ਜਿਹੜਾ ਭਰਾ ਹੈ ਨਾ, ਉਹਦਾ ਨਾਂ ਆਮਰ ਖਾਨ ਹੁੰਦਾ। ਆਮਰ ਖਾਨ ਦੀ ਤੇ ਪੱਪੂ ਬੱਟ ਦੀ ਨਾ ਅੰਦਰ ਕੁਝ ਲੋਕ ਚੁਧਰਾਹਟ ਦੀ ਬੇਸ ਤੇ ਜਿਹੜੇ ਲੋਕ ਰਹਿ ਰਹੇ ਹੁੰਦੇ ਨੇ, ਉਹ ਇਹਨਾਂ ਦੀ ਆਪਸ ਵਿੱਚ ਸੁਲ੍ਹਾ ਕਰਾ ਦਿੰਦੇ ਨੇ ਕਿ ਇਹਨਾਂ ਨੇ ਯਾਰ ਤੁਹਾਡਾ ਕਜ਼ਨ ਤਾਂ ਨਹੀਂ ਨਾ ਮਾਰਿਆ, ਉਹ ਤੇ ਖਵਾਜਾ ਲੂਸੀ ਨੇ ਮਾਰਿਆ, ਤੇ ਸਿਰਫ ਮੁਖਾਲਫਤ ਹੀ ਰਹੀ ਇਹਨਾਂ ਤੇ, ਇਹਨੇ ਕੋਈ ਅਟੈਕ ਤੇ ਕੀਤਾ ਨਹੀਂ, ਇਹਨੇ ਨੁਕਸਾਨ ਭੋਲੇ ਸੁਨਿਆਰੇ ਦਾ ਹੀ ਕੀਤਾ, ਉਹਦੇ ਭਰਾ ਨੂੰ ਮਾਰਿਆ। ਤੇ ਤੁਸੀਂ, ਤੁਹਾਡਾ ਵੀ ਮੁਖਾਲਫ ਭੋਲਾ ਸੁਨਿਆਰਾ, ਤੇ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਵੋ। ਜਦੋਂ ਭੋਲੇ ਸੁਨਿਆਰੇ ਦੀ ਘਰੇ ਖਬਰ ਪਹੁੰਚਦੀ ਏ ਕਿ ਇਹ ਸਾਰੇ ਮੇਰੇ ਮੁਖਾਲਫ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਨੇ ਜੇਲ੍ਹ ਵਿੱਚ, ਤੇ ਇਹ ਤੇ ਹੁਣ ਬੜਾ ਵੱਡਾ ਮੇਰੇ ਲਈ ਇੰਤਸ਼ਾਰ ਬਣ ਗਿਆ। ਭੋਲਾ ਸੁਨਿਆਰਾ ਬਹੁਤ ਵੱਡਾ ਹੈਂਡਲਰ ਤੇ ਬਹੁਤ ਵੱਡਾ ਹੈਂਡੀਕੈਪ ਬਣਾ ਵਾਲਾ ਬਦਮਾਸ਼ਾਂ ਦੇ ਵਿੱਚ, ਇਹੋ ਜਿਹਾ ਹੈਂਡਲਰ ਤੇ ਇਹੋ ਜਿਹਾ ਹੈਂਡੀਕੈਪ ਬਣਾਉਣ ਵਾਲਾ ਕਿ ਜਿਹੜੇ ਪ੍ਰੋਗਰਾਮ ਉਹਨੇ ਬਣਾ ਦਿੱਤੇ ਨੇ ਨਾ, ਉਹ ਪੂਰੀ ਤਰ੍ਹਾਂ ਪੂਰੇ ਹੁੰਦੇ ਸੀ। ਉਸ ਤੋਂ ਬਾਅਦ ਜਿਹੜਾ ਵੇ ਇਹ ਹੈਂਡੀਕੈਪ ਬਣਾਉਂਦਾ ਹੈ ਤੇ ਇਹਨਾਂ ਸਾਰਿਆਂ ਦੀ ਜਿਹੜੀ ਨਾ ਤਰੀਖ ਪਹਿਲੇ ਰਲਵਾਉਂਦਾ ਹੈ। ਤਰੀਖ ਇੱਕ ਜਗ੍ਹਾ ਤੇ ਇਕੱਠੀ ਕਰਨਾ ਨਾ ਉਸਮਾਨ ਭਾਈ ਇੰਤਹਾਈ ਮੁਸ਼ਕਲ ਕੰਮ ਹੁੰਦਾ, ਕਿਉਂਕਿ ਕਿਸੇ ਮੁਲਜ਼ਮ ਦੀ ਕਿਸੇ ਟਾਈਮ ਤੇ ਡੇਟ ਹੁੰਦੀ, ਕਿਸੇ ਦੀ ਕਿਸੇ ਟਾਈਮ ਤੇ ਡੇਟ ਹੁੰਦੀ ਏ। ਇਹ ਪੈਸੇ ਦੇ ਕੇ ਨਾ ਜੱਜ ਦੇ ਲੀਡਰ ਨੂੰ ਇਹਨਾਂ ਸਾਰਿਆਂ ਦੀ ਤਰੀਖ ਇਕੱਠੀ ਕਰਵਾਉਂਦਾ ਹੈ। ਆਮਰ ਖਾਂ ਦੀ, ਨਈਮ ਖਾਂ ਦੀ, ਪੱਪੂ ਬੱਟ ਦੀ ਤੇ ਨਾਲ ਇੱਕ ਦੋ ਹੋਰ ਬੰਦਿਆਂ ਦੀ ਤਰੀਖ ਜਿਸਲੇ ਰਲ ਜਾਂਦੀ ਹੈ ਨਾ, ਤੇ ਜਿੱਥੇ ਜ਼ਿਲ੍ਹਾ ਕਚਹਿਰੀ ਹੈ ਨਾ ਸਿਆਲਕੋਟ ਦੇ ਵਿੱਚ, ਉੱਥੇ ਨਾਲ ਹੀ ਡੀਸੀ ਆਫਿਸ ਹੈ, ਕਿਉਂਕਿ ਛੋਟਾ ਜਿਹਾ ਸਿਆਲਕੋਟ ਹੈ, ਨਾਲ ਹੀ ਡੀਏਜੀ ਆਫਿਸ ਹੈ, ਨਾਲ ਹੀ ਐਸਐਸਪੀ ਆਫਿਸ ਹੈ। ਤੇ ਜਿਸਲੇ ਪ੍ਰੀਵੀਅਸ ਵੈਨ ਆਂਦੀ ਹੈ ਤੇ ਇਹ ਪ੍ਰੀਵੀਅਸ ਵੈਨ ਦੇ ਉੱਤੇ ਅਟੈਕ ਕਰਨ ਵਾਲੀ ਜਿਹੜੀ ਟੀਮ ਬਣਾਉਂਦਾ ਹੈ, ਉਹਦੇ ਵਿੱਚ ਮਾਈਓ ਗੁੱਜਰ, ਸ਼ਾਦਾ ਲੰਬਾ, ਆਜ਼ਮ ਬੱਟ, ਲੱਭਾ ਮੋਠੀ ਵਾਲਾ, ਹੋਰ ਵੀ ਕਈ ਨਾਮਾਲੂਮ ਬੰਦੇ ਵਿੱਚ ਹੋਣਗੇ। ਇਹ ਜਿਸ ਵੇਲੇ ਅਟੈਕ ਕਰਦੇ ਨੇ ਤੇ ਉਹਦੇ ਵਿੱਚ 4 ਪੁਲਿਸ ਵਾਲੇ ਜ਼ਖਮੀ ਹੋ ਜਾਂਦੇ ਨੇ। ਉਹਦੇ ਵਿੱਚ ਜਿਹੜਾ ਵੇ ਆਮਰ ਖਾਂ ਕਤਲ ਹੋ ਜਾਂਦਾ, ਨਈਮ ਖਾਂ ਕਤਲ ਹੋ ਜਾਂਦਾ ਤੇ ਪੱਪੂ ਬੱਟ ਜਿਹੜਾ ਨਾ ਉਹ ਹਲਕਾ ਜਿਹਾ ਜ਼ਖਮੀ ਹੋ ਜਾਂਦਾ। ਤੇ ਜਿਸਲੇ ਇਹ ਨਿਕਲਣ ਲੱਗਦੇ ਨੇ ਨਾ ਉੱਥੋਂ, ਤੇ ਇੱਕ ਮੁਲਾਜ਼ਮ ਛੁਪਿਆ ਹੁੰਦਾ ਤੇ ਜਦੋਂ ਇਹ ਨਿਕਲਣ ਲੱਗਦੇ ਨੇ ਤੇ ਮੁਲਾਜ਼ਮ ਫਾਇਰ ਕਰਦਾ ਵੇ 7mm ਦਾ, ਉਹ ਜਿਹੜਾ ਨਾ ਮਾਈਓ ਗੁੱਜਰ ਨੂੰ ਵੱਜ ਜਾਂਦਾ ਪੇਟ 'ਚ। ਮਾਈਓ ਗੁੱਜਰ ਨੂੰ ਨਾ ਉਹ ਗੱਡੀ ਤੇ ਜਿਹੜੀ ਇਹ ਲੈ ਕੇ ਆਜ਼ਮ ਬੱਟ ਹੋਰ ਨਿਕਲ ਜਾਂਦੇ ਨੇ, ਤੇ ਜਿਹੜਾ ਕੈਸਰਾ ਹੁੰਦਾ ਨਾ ਫਿਰ ਉੱਥੋਂ ਇੱਕ ਮੋਟਰਸਾਈਕਲ ਖੋਹਦਾ, ਉੱਥੋਂ ਮਾਈਓ ਗੁੱਜਰ ਦੇ ਨਾਲ ਨਾ ਮਫਰਲ ਬੰਨ੍ਹਦਾ ਪਿੱਛੇ ਮਾਈਓ ਗੁੱਜਰ ਨੂੰ ਬਿਠਾ ਕੇ, ਤੇ ਮਾਈਓ ਗੁੱਜਰ ਨੂੰ ਲੈ ਕੇ ਨਾ ਨਿਕਲਦਾ। ਤੇ ਮਾਈਓ ਗੁੱਜਰ ਉਹਨੂੰ ਕਹਿੰਦਾ ਕਿ ਮੇਰੀ ਹੁਣ ਬੱਸ ਹੋ ਗਈ ਏ, ਮੈਨੂੰ ਇੱਥੇ ਹੀ ਛੁੱਟ ਦੇ, ਮੇਰੇ ਕੋਲ ਨਹੀਂ ਟੁਰਿਆ ਜਾਣਾ, ਭਾਵੇਂ ਮੈਨੂੰ ਪੁਲਿਸ ਫੜ ਲਵੇ, ਦਰਦ ਬਰਦਾਸ਼ਤ ਨਹੀਂ ਹੋ ਰਹੀ, ਦਰਦ ਨਹੀਂ ਬਰਦਾਸ਼ਤ ਹੋ ਰਹੀ। ਪਰ ਫਿਰ ਵੀ ਉਹ ਕੈਸਰਾ ਜਿਹੜਾ ਨਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਹੌਰ ਦੀ ਜਿਹੜੀ ਮਸ਼ਹੂਰ ਮਰੂਫ ਹਸਤੀ ਗਵਾਲ ਮੰਡੀ ਦੀ ਚੀਗੀ ਸੀ, ਉੱਥੇ ਲੈ ਕੇ ਆਂਦਾ ਤੇ ਉਹਦਾ ਨਾ ਪ੍ਰਾਈਵੇਟ ਇਲਾਜ ਹੁੰਦਾ ਹੈ। ਉਸ ਤੋਂ ਬਾਅਦ ਪੱਪੂ ਬੱਟ ਜਿਹੜਾ ਵੇ ਹਸਪੀਟਲ 'ਚ ਹੁੰਦਾ ਹੈ, ਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਪੱਪੂ ਬੱਟ ਦਾ ਪੁਲਿਸ ਮੁਕਾਬਲਾ ਹੋ ਗਿਆ, ਕੁਝ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਨੇ ਆਜ਼ਮ ਬੱਟ ਹੋਰਾਂ ਨੇ ਜਾ ਕੇ ਉਹਦੇ ਅਟੈਕ ਕੀਤਾ ਤੇ ਪੱਪੂ ਬੱਟ ਨੂੰ ਵੀ ਨਾ ਇਹਨਾਂ ਨੇ ਕਤਲ ਕੀਤਾ। ਹਾਜੀ ਜਵੇਦ ਇਕਬਾਲ ਅਲਮਰੂਫ ਕਾਲਾ ਦਾਈ ਵਾਲਾ, ਉਹ ਵੀ ਇਸ ਗੈਂਗ ਦਾ ਹਿੱਸਾ ਸੀ। ਤੇ ਉਸ ਤੋਂ ਬਾਅਦ ਫਿਰ ਜਦੋਂ ਸਾਰੇ ਗੈਂਗ ਨੂੰ ਇਹਨਾਂ ਨੇ ਖਤਮ ਕਰਤਾ ਤੇ ਫਿਰ ਇਹਨਾਂ ਦਾ ਜ਼ੁਲਮ ਦਾ ਜਿਹੜਾ ਸੂਰਜ ਸੀ ਬਿਲਕੁਲ ਅਰੂਜ ਤੇ ਚਲਾ ਗਿਆ। ਜਿਹਦੇ ਕੋਲੋਂ ਵੀ ਪੈਸੇ ਮੰਗੇ ਨੇ ਫਿਰ ਉਹਨਾਂ ਨੇ ਪੈਸੇ ਦਿੱਤੇ ਨੇ, ਕੋਈ ਮੁਖਾਲਫ ਨਹੀਂ ਸੀ ਉਸ ਟਾਈਮ, ਕੋਈ ਮੁਖਾਲਫ ਨਹੀਂ ਬਚਿਆ। ਤੇ ਫਿਰ ਜਿਸਲੇ ਮਾਈਓ ਗੁੱਜਰ ਲਾਹੌਰ ਦੇ ਵਿੱਚ ਇਲਾਜ ਹੋ ਰਿਹਾ ਸੀ ਤੇ ਫਿਰ ਭੋਲਾ ਸੁਨਿਆਰਾ ਲੰਡੀ ਕੋਤਲ ਤੋਂ ਇਹਦੀ ਖਬਰ ਲੈਣ ਆਇਆ, ਆ ਕੇ ਉਹਨੇ ਦੀ ਤਿਮਾਰਦਾਰੀ ਕੀਤੀ ਮਾਈਓ ਗੁੱਜਰ ਦੀ। ਮਾਈਓ ਗੁੱਜਰ ਨਾਲ ਬਹੁਤ ਪਿਆਰ ਕਰਦਾ ਸੀ। ਜਿੰਨੇ ਵੀ ਟੌਪ 10 ਦੇ ਇਸ਼ਤਿਹਾਰੀ ਸੀ ਨਾ, ਉਹ ਸਭ ਤੋਂ ਜ਼ਿਆਦਾ ਕਰੀਬੀ ਜਿਹੜਾ ਸੀ ਉਹ ਮਾਈਓ ਗੁੱਜਰ ਦੇ ਨਾਲ ਸੀ, ਕਿਉਂਕਿ ਇੱਕ ਤੇ ਉਹ ਗੁੱਜਰ ਬਰਾਦਰੀ ਸੀ ਦੋਵੇਂ ਹੀ,
ਤੇ ਦੂਸਰਾ ਫਿਰ ਉਹਦੇ ਨਾਲ ਉਹਦੀ ਵੈਸੇ ਵੀ ਬੜੀ ਜ਼ਿਆਦਾ ਅਟੈਚਮੈਂਟ ਹੀ ਸੀ, ਕਿਉਂਕਿ ਗੁਜਰਾਂਵਾਲਾ ਦੇ ਵਿੱਚ ਮਾਈਓ ਗੁੱਜਰ ਦੀ ਆਪਣੀ ਬੜੀ ਵੱਡੀ ਦੁਸ਼ਮਣੀ ਸੀ, ਉਹ ਵੀ ਇਹਨਾਂ ਨੇ ਸਾਰਿਆਂ ਨੇ ਨਿਭਾਈ ਮਿਲ ਕੇ। ਨਾਜੀ ਭੱਟ ਦੀ ਆਪਣੀ ਬੜੀ ਵੱਡੀ ਦੁਸ਼ਮਣੀ ਸੀ, ਉਹ ਵੀ ਤੁਸੀਂ ਪ੍ਰੋਗਰਾਮ ਮੇਰੇ ਚੈਨਲ ਤੇ ਕੱਢ ਕੇ ਦੇਖਣਾ ਜਾਂ ਮੇਰੇ ਨਾਲ ਤੁਸੀਂ ਲਿਆਦਾ ਤੌਰ ਤੇ ਕਰਨਾ। ਮਾਈਓ ਗੁੱਜਰ ਨੇ ਆਪਣੀ ਦੁਸ਼ਮਣੀ ਦੇ ਵਿੱਚ ਵੀ ਕੋਈ 20 ਬੰਦੇ ਮਾਰੇ ਨੇ, ਵਿੱਚ ਇੱਕ ਸਬ ਇੰਸਪੈਕਟਰ ਮਾਰਿਆ। ਉਸ ਤੋਂ ਬਾਅਦ ਫਿਰ ਸਨਾ ਦੀ ਆਪਣੀ ਦੁਸ਼ਮਣੀ ਸੀ, ਨਾਜੀ ਦੀ ਆਪਣੀ ਦੁਸ਼ਮਣੀ ਸੀ, ਕਾਲੀ ਦੀ ਆਪਣੀ ਦੁਸ਼ਮਣੀ ਸੀ, ਮੀਆਂ ਦਾਊਦ ਦੀ ਆਪਣੀ ਦੁਸ਼ਮਣੀ ਸੀ, ਲੱਭੇ ਮੋਢੀ ਵਾਲੇ ਦੀ ਆਪਣੀ ਦੁਸ਼ਮਣੀ ਸੀ, ਯਾਨੀ ਕਿ ਬਾਬੇ ਨੀਫੇ ਦੀ ਆਪਣੀ ਦੁਸ਼ਮਣੀ ਸੀ। ਇਹ ਸਾਰਿਆਂ ਨੇ ਆਪਣੀ ਦੁਸ਼ਮਣੀ ਵੀ ਨਿਭਾਈ ਤੇ ਭੋਲੇ ਸੁਨਿਆਰੇ ਦੇ ਕਹਿਣ ਤੇ ਬੰਦੇ ਵੀ ਮਾਰੇ, ਕਿਉਂਕਿ ਸਪੋਰਟ ਭੋਲਾ ਸੁਨਿਆਰਾ ਕਰਦਾ ਸੀ, ਹਰ ਤਰੀਕੇ ਦੀ ਰਹਿੰਦੇ ਉਹਦੇ ਕੋਲ ਸੀ। ਇਹ ਇੰਨੇ ਕੁ ਤਕਬਰੇ ਸਨ ਕਿ ਇਹਨਾਂ ਨੇ ਜਿਹਦੇ ਕੋਲੋਂ ਪੈਸੇ ਮੰਗੇ ਨੇ ਇਹਨਾਂ ਨੂੰ ਪੈਸੇ ਦੇਣੇ ਹੀ ਪਏ ਨੇ, ਭਾਵੇਂ ਆਪਣੇ ਘਰ ਵੇਚ ਕੇ ਦੇਣੇ ਪਏ ਨੇ, ਭਾਵੇਂ ਆਪਣੀ ਗੱਡੀ ਬੱਚੇ ਜੋ ਮਰਜ਼ੀ ਵੇਚ ਕੇ ਨਾ ਇਹਨਾਂ ਨੇ ਜਿਹਦੇ ਕੋਲੋਂ ਪੈਸੇ ਮੰਗ ਲਏ ਨਾ, ਕੋਈ ਇੰਤਜ਼ਾਮੀਆ ਦਾ ਬੰਦਾ ਵੀ ਵਿੱਚ ਨਹੀਂ ਸੀ ਪੈਂਦਾ। 1996 ਦੇ ਵਿੱਚ ਇੱਕ ਵਾਕਿਆ ਕੀਤਾ ਈਦ ਮਿਲਾਦ ਨਬੀ ਵਾਲੇ ਦਿਨ, ਮਲਕ ਪਾਰਕ ਚੌਕ ਵਿੱਚ ਤਾਹਰ ਪਿੰਡ ਸੁਨਾਮੀ ਕੋਈ ਬੰਦਾ ਸੀ, ਉਹਨੇ ਈਦ ਮਿਲਾਦ ਨਬੀ ਵਾਲੇ ਦਿਨ ਕੋਈ ਫੰਕਸ਼ਨ ਕਰਾਇਆ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਮਹਿਫਲ ਤੇ, ਯਾਨੀ ਕਿ ਮਿਲਾਦ ਤੇ ਇੱਕ ਮੋਟਰਸਾਈਕਲ ਜਿਹੜੀ ਸੀ ਨਾ ਉਹਦੇ ਤੇ ਬੰਦਾ ਬੈਠਾ ਸੀ। ਪਹਿਲੀ ਦਫਾ ਐਸਾ ਇੱਕ ਵਾਕਿਆ ਸੀ, ਮੋਟਰਸਾਈਕਲ ਉੱਤੇ ਬੰਦਾ ਬੈਠਾ ਸੀ ਤੇ ਮੋਟਰਸਾਈਕਲ ਖੁਦ ਬ ਖੁਦ ਘੁੰਮ ਰਹੀ ਸੀ, ਉਹਨੂੰ ਦੇਖਣ ਲਈ ਲੋਕ ਬੜੀ ਦੂਰੋਂ ਆਏ ਸੀ। ਇਹਨਾਂ ਨੇ ਨਾ ਮਾਈਓ ਗੁੱਜਰ ਤੇ ਨਾਜੀ ਤੇ ਖਾਲਦ ਚਿੱਟਾ ਬਿਮਾਰ ਸੀ ਉਦੋਂ ਹੀ ਆਪਣੇ ਡੇਰੇ ਤੋਂ ਉੱਠ ਕੇ ਆਇਆ ਤੇ ਕਲਾਸ਼ਨ ਚਲਾ ਕੇ ਕੈਂਚੀ ਜੁੱਤੀ ਪਾਈ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠਾ ਤੇ ਜਾ ਕੇ ਫੇਰ ਡੇਰੇ ਤੇ ਸੋ ਗਿਆ। ਉੱਥੇ ਕੋਈ 28 ਬੰਦੇ ਮਰੇ ਸੀ ਤੇ ਕੋਈ 50-70 ਜ਼ਖਮੀ ਹੋ ਗਏ ਸੀ। ਤੇ ਪਰ ਇੰਨੇ ਕੁ ਸਫਾਕ, ਇੰਨੇ ਕੁ ਸੰਗ ਦੇ ਲੋਕ ਸੀ ਕਿ ਇਹਨਾਂ ਨੂੰ ਇਹ ਨਹੀਂ ਖਿਆਲ ਆਇਆ ਕਿ ਇੰਨੇ ਬੱਚੇ ਮਰ ਗਏ ਨੇ, ਇੰਨੇ ਬੰਦੇ ਜ਼ਖਮੀ, ਜਾ ਕੇ ਫੇਰ ਜਾ ਕੇ ਸੋ ਗਿਆ। ਤੇ ਹੈਂਡਲਰ ਜਿਹੜਾ ਸੀ ਨਾ ਜਿਹਨੇ ਸਾਰੇ ਇਹ ਪੈਸੇ ਲਏ ਸੀ ਉਹ ਭੋਲਾ ਸੁਨਿਆਰਾ ਹੀ ਸੀ। ਉਸ ਤੋਂ ਬਾਅਦ ਜਿਹੜਾ ਨਾ ਇਹਨਾਂ ਦੇ ਉੱਤੇ ਫਿਰ ਇਸ ਦਿਨ ਤੋਂ ਬਾਅਦ ਨਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਦਿਨ ਤੋਂ ਬਾਅਦ ਫਿਰ ਇਹਨਾਂ ਪੂਰੇ ਟੌਪ 10 ਦੇ ਸਵਾਲ ਆਉਂਦਾ ਕਿ ਜਿਹੜਾ ਵੇ ਫਿਰ ਇੱਕ ਦਫਾ ਨਾ ਵਜ਼ੀਰ ਆਲਾ ਪੰਜਾਬ ਜਿਹੜੇ ਨਾ ਉਹ ਦਫਾ ਫਿਰ ਅਲਰਟ ਹੁੰਦਾ ਵੇ ਮੀਆਂ ਸ਼ਬਾਜ਼ ਸ਼ਰੀਫ। ਉਹ ਇਹਨਾਂ ਦਾ ਤਾਲੁਕ ਕਿਉਂਕਿ ਬਾਬੇ ਨੀਫੇ ਦਾ ਬੜਾ ਜ਼ਿਆਦਾ ਤਾਲੁਕ ਸੀ ਚੌਧਰੀ ਨਵੀਦ ਸਈਦ ਦੇ ਨਾਲ। ਫਿਰ ਚੌਧਰੀ ਨਵੀਦ ਸਈਦ ਨੂੰ ਜਿਹੜਾ ਨਾ ਬੁਲਾਇਆ ਜਾਂਦਾ, ਸਪੈਸ਼ਲ ਉਹਨੂੰ ਟਾਸਕ ਦਿੱਤਾ ਜਾਂਦਾ ਕਿ ਤੇਰੀ ਇਹਨਾਂ ਦੇ ਨਾਲ ਸ਼ਰਾਕਤਦਾਰੀ ਵੀ ਹੈ ਅਬੂ ਜ਼ਬੀ ਹੋਟਲਾਂ ਦੇ ਵਿੱਚ, ਤੂੰ ਇਹਨਾਂ ਨੂੰ ਬੁਲਾ ਕੇ ਜਿਹੜਾ ਨਾ ਹੁਣ ਪੂਰਾ ਟਾਪ 10 ਤੂੰ ਹੀ ਤੋੜਨਾ ਐਵੇਂ। ਫਿਰ ਕਾਲੀ ਤੇ ਮੀਆਂ ਦਾਊਦ ਦੇ ਥਰੂ ਜਿਹੜਾ ਨਾ ਚੌਧਰੀ ਨਵੀਦ ਸਈਦ ਇਹਨਾਂ ਨੂੰ ਨਾ ਬੁਲਾਉਂਦਾ ਵੇ। ਉਹ ਬੜੀ ਲੰਬੀ ਦਾਸਤਾਨ ਹੈ, ਇਨ ਸ਼ਾਰਟ ਮੈਂ ਤੁਹਾਨੂੰ ਸੁਣਾਉਣਾ ਵਾ ਕਿ ਇਹਨਾਂ ਨੂੰ ਬੁਲਾਉਂਦਾ ਤੇ ਬੁਲਾ ਕੇ ਨਾ ਕਰਾਚੀ 에ਅਰਪੋਰਟ ਤੋਂ ਗ੍ਰਿਫਤਾਰ ਕਰਦਾ ਵੇ ਤੇ ਇਹਨਾਂ ਦੇ ਮੁਕਾਬਲੇ ਕਰਦਾ। ਪਹਿਲੇ ਨੀਫਾ ਮਾਰਦਾ, ਫਿਰ ਉਸ ਤੋਂ ਬਾਅਦ ਇੰਤਕਾਮੀ ਹੋ ਕੇ ਜਿਹੜਾ ਬਾਬਾ ਵੇ ਉਹ ਆਂਦਾ ਵੇ ਨਵੀਦ ਸਈਦ ਨੂੰ ਕਤਲ ਕਰਨ ਦੇ ਚੱਕਰ ਵਿੱਚ, ਤੇ ਉਹ ਆਪ ਉਹਦੇ ਹੱਥੋਂ ਕਤਲ ਹੋ ਜਾਂਦਾ ਕਿਉਂਕਿ ਇੰਤਜ਼ਾਮੀਆ ਨਾਲ ਕਿਹੜਾ ਬੰਦਾ ਵੈਰ ਪਾ ਸਕਦਾ। ਫਿਰ ਉਸ ਤੋਂ ਬਾਅਦ ਹਮਾਇੂ ਗੁੱਜਰ ਜਿਹੜਾ ਵੇ ਉਹ ਲਾਹੌਰੋਂ ਨਿਕਲ ਕੇ ਦੁਬਈ ਲਈ ਟਰੈਵਲ ਕਰ ਰਿਹਾ ਹੁੰਦਾ। ਕੁਝ ਲੋਕ ਇਹ ਕਹਿੰਦੇ ਨੇ ਕਿ ਹਮਾਇੂ ਗੁੱਜਰ ਲਾਹੌਰੋਂ ਜਿਹੜਾ ਕਰਾਚੀ ਜਾ ਰਿਹਾ ਹੁੰਦਾ ਤੇ ਬੜੀ ਇੱਕ ਅਹਿਮ ਸ਼ਖਸੀਅਤ ਜਿਹੜੀ ਇਸ ਟਾਈਮ ਦੇ ਵੀ ਬੜੇ ਵੱਡੇ ਪੋਸਟ ਦੇ ਉੱਤੇ ਹੀ ਹੈ ਪਾਕਿਸਤਾਨ ਦੀ, ਤੇ ਉਹਨੂੰ ਮਿਲਣ ਲਈ ਜਾ ਰਿਹਾ ਹੁੰਦਾ ਕਿ ਸਾਨੂੰ ਹੁਣ ਕਲੀਅਰ ਕਰਾਓ। ਤੇ ਉਸ ਵਕਤ ਦੇ ਇੰਸਪੈਕਟਰ ਮੁਹੰਮਦ ਖਾਨ ਚੱਦਰ ਜਿਹੜੇ ਨੇ ਉਹ ਹਮਾਇੂ ਗੁੱਜਰ ਨੂੰ ਜਹਾਜ਼ ਰਖਵਾ ਕੇ ਉਹਨੂੰ ਜਹਾਜ਼ ਦੇ ਅੰਦਰੋਂ ਗ੍ਰਿਫਤਾਰ ਕਰਦੇ ਨੇ। ਉਹਨੇ ਕਿਲੋ ਸੋਨਾ ਪਾਇਆ ਸੀ, ਕਾਫੀ ਜ਼ਿਆਦਾ ਉਹਦੇ ਕੋਲ ਪੈਸੇ ਸੀ। ਫਿਰ ਉਸੇ ਦਿਨ ਹੀ ਜਿਹੜਾ ਨਾ ਇੰਨਾ ਜ਼ੋਰ ਸੀ ਇਹਨਾਂ ਵਿੱਚ ਕਿ ਉਸੇ ਦਿਨ ਹੀ ਹਮਾਇੂ ਗੁੱਜਰ ਨੂੰ ਗੁਜਰਾਂਵਾਲਾ ਜੇਲ੍ਹ ਭੇਜ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਨਾਜੀ ਭੱਟ ਵੀ ਗ੍ਰਿਫਤਾਰ ਹੋ ਗਿਆ। ਫਿਰ ਨਾਜੀ ਭੱਟ ਨੂੰ ਤੇ ਹਮਾਇੂ ਗੁੱਜਰ ਨੂੰ ਸੇਮ ਡੇ ਹੀ ਕੱਢ ਕੇ ਚੌਧਰੀ ਨਵੀਦ ਸਈਦ ਨੇ ਤੇ ਕਰਾਮਤ ਭੱਟੀ ਨੇ ਤੇ ਨਾਲ ਇੱਕ ਹੋਰ ਇੰਸਪੈਕਟਰ ਸੀ ਸ਼ਾਦਬਾਗ ਦਾ ਲੱਗਿਆ, ਉਹਨਾਂ ਨੇ ਜਿਹੜਾ ਨਾ ਕਾਲਾ ਖਤਾਈ ਰੋਡ ਤੇ ਇਹਨਾਂ ਦਾ ਵੀ ਪੁਲਿਸ ਮੁਕਾਬਲਾ ਕਰ ਦਿੱਤਾ। ਇੱਕ ਦਿਨ ਨਾ ਇੱਕ ਖਾਸਾਦਾਰ ਟੀਪੂ ਟਰੱਕਾਂ ਵਾਲੇ ਦੇ ਕੋਲ ਟਰੱਕ ਡਰਾਈਵਰ ਹੁੰਦਾ ਤੇ ਉਹ ਆਂਦਾ ਜਾਂਦਾ ਵੇ ਤੇ ਕਾਫੀ ਜ਼ਿਆਦਾ ਆਇਆ ਜਾਇਆ ਹੁੰਦਾ। ਤੇ ਇੱਕ ਦਿਨ ਟੀਪੂ ਟਰੱਕ ਵਾਲਾ ਨੂੰ ਉੱਤੇ ਬੁਲਾਉਂਦਾ ਤੇ ਉਹਨੂੰ ਪੁੱਛਦਾ ਤੂੰ ਕਿੱਥੇ ਰਹਿਣਾ? ਉਹ ਕਹਿੰਦਾ ਜੀ ਮੈਂ ਲੰਡੀ ਕੋਤਰ ਰਹਿਣਾ। ਉਹਨੇ ਕਿਹਾ ਤੂੰ ਪੰਜਾਬੀਆਂ ਦਾ ਡੇਰਾ ਦੇਖਿਆ? ਉਹਨੇ ਕਿਹਾ ਹਾਂਜੀ ਮੈਂ ਪੰਜਾਬੀਆਂ ਦਾ ਡੇਰਾ ਦੇਖਿਆ। ਟੀਪੂ ਟਰੱਕ ਵਾਲਾ ਨਾ ਉਹਨੂੰ ਤਸਵੀਰਾਂ ਦਿਖਾਉਂਦਾ ਵੇ। ਉਹ ਭੋਲੇ ਸੁਨਿਆਰੇ ਦੀ ਜਦੋਂ ਤਸਵੀਰ ਆਉਂਦੀ ਨਾ ਕਹਿੰਦਾ ਇਹਨੂੰ ਜਾਣਨਾ ਹੈ? ਉਹ ਕਹਿੰਦਾ ਬਿਲਕੁਲ ਮੈਂ ਇਹਨੂੰ ਜਾਣਨਾ ਹੈ, ਪੰਜਾਬੀਆਂ ਦੇ ਡੇਰੇ ਦਾ ਨਾ ਸਰਦਾਰ ਹੈਗਾ ਵੇ ਤੇ ਜਿੰਨੇ ਵੀ ਪੰਜਾਬੀ ਉੱਥੇ ਰਹਿੰਦੇ ਨੇ ਨਾ ਇਹਦੀ ਬੀਵੀ ਜਿਹੜੀ ਹੈ ਉਹ ਮਾਈ ਗੁੱਡੋ ਵੀ ਕਹਿੰਦੇ ਸੀ ਉਹਨੂੰ, ਬਾਜੀ ਗੁੱਡੋ ਵੀ ਕਹਿੰਦੇ ਸੀ, ਨਸਰੀਨ ਵੀ ਕਹਿੰਦੇ ਸੀ। ਉਹ ਭੋਲੇ ਸੁਨਿਆਰੇ ਦੀ ਬੀਵੀ ਇਹ ਕਹਿੰਦਾ ਉਹ ਨਾ ਤਕਰੀਬਨ 100-150 ਪਰਾਠਾ ਪਕਾ ਕੇ ਸਾਲਨ ਪਕਾ ਕੇ ਸੁਬਹ ਸੁਫਰਾ ਵਿਛਾ ਕੇ ਇਹਨਾਂ ਸਾਰੇ ਬੰਦਿਆਂ ਨੂੰ ਨਾਸ਼ਤਾ ਕਰਾਉਂਦੀ ਆਪਣੇ ਪੁੱਤਰਾਂ ਤਰ੍ਹਾਂ। ਭੋਲੇ ਸੁਨਿਆਰੇ ਦੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ। ਭੋਲੇ ਸੁਨਿਆਰੇ ਨੇ ਆਪਣੇ ਵੀ ਕੁਝ ਅਸੂਲ ਬਣਾਏ ਹੋਏ ਸੀ, ਉੱਥੇ ਮਸਜਿਦ ਬਣਾਈ ਸੀ। ਫਿਰ ਉਹਦੀਆਂ ਬੱਚੀਆਂ ਜਿਹੜੀਆਂ ਸੀ ਉੱਥੇ ਕੁਰਾਨੇ ਪਾਕ ਵੀ ਪੜ੍ਹਦੇ ਸੀ, ਉਹਦੇ ਬੱਚਾ ਵੀ ਹੈਗਾ ਸੀ। ਫਿਰ ਉਹ ਉੱਥੇ ਦੀਨੀ ਤਾਲੀਮ ਵੀ ਦੁਨਿਆਵੀ ਤਾਲੀਮ ਵੀ ਹਾਸਲ ਕਰਦੇ ਸੀ। ਟੀਪੂ ਟਰੱਕ ਵਾਲੇ ਨੇ ਉਹਨੂੰ ਕਿਹਾ ਕਿ ਤੂੰ ਇਹ ਬੰਦਾ ਮੈਨੂੰ ਲਾਹੌਰ ਲਿਆ ਕੇ ਦੇ ਸਕਣਾ ਕਿਸੇ ਤਰੀਕੇ ਨਾਲ, ਜਾਂ ਇਹਨੂੰ ਤੂੰ ਖੁਦ ਮਾਰ ਸਕਣਾ? ਉਹਨੇ ਕਿਹਾ ਨਾ ਤੇ ਮੈਂ ਇਹਨੂੰ ਖੁਦ ਮਾਰ ਸਕਣਾ ਵਾ ਤੇ ਨਾ ਮੈਂ ਇਹਨੂੰ ਲਾਹੌਰ ਲਿਆ ਸਕਣਾ ਵਾ। ਇਹ ਹੋ ਸਕਦਾ ਕਿ ਤੁਸੀਂ ਕੋਈ ਐਸੀ ਟੀਮ ਮੈਨੂੰ ਦਵੋ, ਮੈਂ ਇਹਨਾਂ ਦੇ ਡੇਰੇ ਤੇ ਲੈ ਜਾਵਾਂਗਾ। ਡੇਰੇ ਤੇ ਜਿਹੜਾ ਨਾ
ਪਹਿਲੇ ਵੀ ਜਿਹੜਾ ਕੈਸਰਾ ਹੈਗਾ ਸੀ ਨਾ, ਕੈਸਰਾ ਉਹਨੇ ਇੱਕ ਦਫਾ ਪਹਿਲੇ ਵੀ ਡੇਰੇ ਤੇ ਅਟੈਕ ਕੀਤਾ ਹੋਇਆ ਸੀ ਲੰਡੀ ਕੋਤਲ ਦੇ ਵਿੱਚ। ਨਾਲ ਕਾਲਾ ਦਾਈ ਵਾਲਾ ਸੀ, ਨਾਲ ਨਈਮ ਖਾਨ ਸੀ, ਇਹਨਾਂ ਸਾਰਿਆਂ ਨੇ ਉਹਦੇ ਤੇ ਅਟੈਕ ਕੀਤਾ ਹੋਇਆ ਸੀ। ਤੇ ਉਹ ਡੇਰਾ ਵੀ ਸਮਝ ਲਓ ਮਿੱਟੀ ਦਾ ਹੀ ਬਣਿਆ ਹੋਇਆ ਸੀ। ਤੇ ਅੱਲਾ ਵੱਲੋਂ ਜਿਸ ਡੇਰੇ ਤੇ ਅਟੈਕ ਕੀਤਾ ਸੀ ਨਾ ਇਹਨਾਂ ਨੇ ਰਾਕਟ ਲਾਂਚਰਾਂ ਨਾਲ, ਉੱਥੇ ਭੋਲਾ ਸੁਨਿਆਰਾ ਮੌਜੂਦ ਨਹੀਂ ਸੀਗਾ। ਭੋਲਾ ਸੁਨਿਆਰਾ ਆਪਣੀ ਫੈਮਿਲੀ ਦੇ ਨਾਲ ਦੂਸਰੀ ਜਗ੍ਹਾ ਤੇ ਹੈਗਾ ਸੀ। ਉਸ ਬਾਅਦ ਫਿਰ ਨਵੀਦ ਸਈਦ ਦੇ ਨਾਲ ਪ੍ਰੋਗਰਾਮ ਬਣ ਜਾਂਦਾ ਵੇ, ਇੰਤਜ਼ਾਮੀਆ ਖਾਸਾਦਾਰ ਅੱਗੋਂ ਰਲ ਜਾਂਦੇ ਨੇ। ਫਿਰ ਜਿਹੜਾ ਨਾ ਚੌਧਰੀ ਨਵੀਦ ਸਈਦ ਨਾਲ ਹੋਲ ਪੁਲਿਸ ਜਿਹੜੀ ਨਾ ਉੱਥੇ ਰੇਡ ਕਰਦੇ ਨੇ। ਤੇ ਜਿਸਲੇ ਰੇਡ ਕਰਦੇ ਨੇ ਤੇ ਥੱਲੋਂ ਜਾਂਦੇ ਜ਼ਾਹਰੀਬਾਦ ਦੇ ਉੱਤੇ ਇਹਨਾਂ ਨੂੰ ਪਤਾ ਚੱਲ ਜਾਂਦਾ ਸੀ। ਤੇ ਭੋਲੇ ਸੁਨਿਆਰੇ ਨੂੰ ਪਤਾ ਚੱਲ ਜਾਂਦਾ ਕਿ ਥੱਲੋਂ ਹੁਣ ਪੁਲਿਸ ਆ ਰਹੀ ਹੈ ਉੱਤੇ। ਤੇ ਉਹ ਉਧਰੋਂ ਜਿਹੜਾ ਉਸੇ ਖਾਸਾਦਾਰ ਦੇ ਨਾਲ ਨਾ ਨਿਕਲਦਾ ਵੇ ਦੂਸਰੀ ਗੱਡੀ ਦੇ ਉੱਤੇ, ਤੇ ਇੰਨੀ ਦੇਰ ਚ ਪੁਲਿਸ ਉੱਤੇ ਪਹੁੰਚ ਜਾਂਦੀ ਹੈ। ਉਹ ਉਹਨਾਂ ਨੂੰ ਪੁੱਛਦੀ ਹੈ ਤੁਹਾਡੇ ਜੋ ਭੋਲਾ ਸੁਨਿਆਰਾ ਕੌਣ ਹੈ। ਤੇ ਉਸ ਵਿੱਚ ਜਿਹੜੇ ਬੰਦੇ ਬੈਠੇ ਸੀ ਨਾ, ਉਹਨਾਂ ਦੇ ਜੋ ਇੱਕ ਬੰਦੇ ਨੇ ਦੱਸੀ ਇਹ ਸਟੋਰੀ ਹੈ ਸਾਰੀ। ਉਹਨੇ ਲੱਭੇ ਮੋਠੀ ਵਾਲੇ ਨੇ ਹੱਥ ਖੜਾ ਕੀਤਾ, ਉਹਨੇ ਕਿਹਾ ਜੀ ਮੈਂ ਭੋਲਾ ਸੁਨਿਆਰਾ। ਉਹਨੇ ਕਿਹਾ ਉੱਠੋ ਇਹਨੂੰ ਗ੍ਰਿਫਤਾਰ ਕਰੋ। ਫਿਰ ਇੱਕ ਬੰਦਾ ਉੱਥੇ ਹੋਰ ਗ੍ਰਿਫਤਾਰ ਹੋਇਆ। ਉਹਨਾਂ ਨੇ ਕਿਹਾ ਤੂੰ ਕੌਣ ਹੈ, ਤੇਰਾ ਕੀ ਰੋਲ ਹੈ। ਉਹਨੇ ਕਿਹਾ ਜਨਾਬ ਮੇਰੇ ਕੋਲ ਤੇ ਹੋਲੈਂਡ ਦਾ ਪਾਸਪੋਰਟ ਹੈਗਾ ਤੇ ਮੈਨੂੰ ਤੇ ਇਹਨਾਂ ਨੇ 5 ਲੱਖ ਰੁਪਏ ਦੇ ਵਿੱਚ ਤਵਾਨ ਮੇਰੇ ਕੋਲ ਮੰਗਣ ਲਈ ਬਿਠਾਇਆ ਹੈ। ਹਾਲਾਂਕਿ ਹੁੰਦਾ ਉਹ ਭੋਲੇ ਸੁਨਿਆਰੇ ਦਾ ਕਰੀਬੀ ਦੋਸਤ ਹੈ। ਉਹ ਇਹ ਲੈਂਡ ਛੱਡ ਗਿਆ ਹੁੰਦਾ, ਹੋਲੈਂਡ ਸ਼ਿਫਟ ਹੋ ਗਿਆ ਹੁੰਦਾ। ਉਹ ਭੋਲੇ ਸੁਨਿਆਰੇ ਨੂੰ ਮਿਲਣਾ ਸੀ ਆਇਆ ਸੀ। ਉਹ ਥੋੜਾ ਹੀ ਟਾਈਮ ਲੰਘਦਾ, ਹਲੇ ਉਹ ਗ੍ਰਿਫਤਾਰੀ ਇਹ ਸਾਰਿਆਂ ਨੂੰ ਕਰ ਰਹੇ ਹੁੰਦੇ ਨੇ। ਤੇ ਥੱਲੋਂ ਆਵਾਜ਼ ਆਉਂਦੀ ਕਲਾਸ਼ਨ ਚੱਲਣ ਦੀ, ਫਾਇਰ ਹੁੰਦਾ ਠਾ ਕਰਕੇ। ਤੇ ਉਹ ਦੇਖਦੇ ਨੇ ਕਿ ਕੀ ਹੋਇਆ। ਤੇ ਉਹੀ ਖਾਸਾਦਾਰ ਜਿਹੜਾ ਭੋਲੇ ਸੁਨਿਆਰੇ ਨੂੰ ਲੈ ਕੇ ਗਿਆ ਹੁੰਦਾ ਹੈ। ਭੋਲੇ ਸੁਨਿਆਰੇ ਨੇ ਬੁਰਹਾ ਪਾ ਕੇ ਥੱਲੇ ਜਾ ਰਿਹਾ ਹੁੰਦਾ। ਭੋਲੇ ਸੁਨਿਆਰੇ ਦੀ ਨਾ ਇੱਕ ਗੱਲ ਹੀ ਸੀ ਕਿ ਭੋਲਾ ਸੁਨਿਆਰਾ ਜਦੋਂ ਚੱਲਦਾ ਸੀ ਨਾ ਤੇ ਉਹਦੀ ਚੈਸਟ ਇਸ ਤਰ੍ਹਾਂ ਹਿਲਦੀ ਸੀ, ਜਰਗ ਮਾਰਦੀ ਸੀ ਜਿਵੇਂ ਲੇਡੀਜ਼ ਦੀ ਨਹੀਂ ਹੁੰਦੀ। ਉਹਦੀ ਚੈਸਟ ਬੜੀ ਵੱਡੀ ਸੀ। ਤੇ ਉਹ ਜਿਸਲੇ ਖਾਸਾਦਾਰ ਉਹਨੂੰ ਫਾਇਰ ਮਾਰਦਾ, ਭੋਲਾ ਸੁਨਿਆਰਾ ਇੱਕੋ ਹੀ ਫਾਇਰ ਨਾਲ ਮਰ ਜਾਂਦਾ ਹੈ। ਉਹ ਫਿਰ ਜਿਹੜਾ ਥੱਲੇ ਪੁਲਿਸ ਪਹੁੰਚਦੀ ਹੈ, ਖਾਸਾਦਾਰ ਉਹਨਾਂ ਦਾ ਆਪਣਾ ਹੀ ਬੰਦਾ ਹੁੰਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਹੋਲੈਂਡ ਵਾਲਾ ਬੰਦਾ ਹੁੰਦਾ ਨਾ, ਉਹ ਫਿਰ ਅਗਲੇ ਦਿਨ ਜਾ ਕੇ ਤੇ ਬਾਜੀ ਗੁੱਡੋ ਦੇ ਨਾਲ ਜਿਹੜਾ ਨਾ ਭੋਲੇ ਸੁਨਿਆਰੇ ਦੀ ਲਾਸ਼ ਰਿਸੀਵ ਕਰਦਾ। ਤੇ ਫਿਰ ਉਸ ਤੋਂ ਬਾਅਦ ਸਿਆਲਕੋਟ ਸਾਰੇ ਪਾਸੇ ਭੋਲੇ ਸੁਨਿਆਰੇ ਦੀ ਲਾਸ਼ ਨੂੰ ਘੁਮਾਇਆ ਗਿਆ। ਫਿਰ ਉਸ ਤੋਂ ਬਾਅਦ ਮਹੱਲਾ ਸਾਲੋ ਕੀ ਗੁੱਜਰ ਜਿਹੜਾ ਵੇ ਇੱਥੇ ਭੋਲੇ ਸੁਨਿਆਰੇ ਦੀ ਲਾਸ਼ ਰੱਖੀ ਜਾਂਦੀ ਏ। ਤੇ ਪੂਰੇ ਜਿਹੜਾ ਗੁਜਰਾਲਾ ਸੀ ਨਾ, ਸਿਆਲਕੋਟ ਸੀ, ਗੁਜਰਾਲਾ ਸਿਆਲਕੋਟ ਦੇ ਲੋਕ ਭੋਲੇ ਸੁਨਿਆਰੇ ਨੂੰ ਦੇਖਣਾ ਸੀ ਆਏ। ਉਹਦੀ ਕੀ ਵਜ੍ਹਾ ਸੀ? ਉਹਦੀ ਵਜ੍ਹਾ ਹੈਗੀ ਸੀ ਕਿ ਦੁਨੀਆ ਦੇ ਜਿੰਨੇ ਵੀ ਬੰਦੇ ਸੀ, ਤਾਜਰ ਸੀ, ਉਹਨਾਂ ਦੇ ਇੰਨਾ ਕੁ ਖੌਫ ਸੀ ਨਾ ਭੋਲੇ ਸੁਨਿਆਰੇ ਦਾ। ਤੇ ਉਹ ਇਹ ਸਮਝਦੇ ਸੀ ਕਿ ਇਹ ਜਿਹੜਾ ਕਿ ਤੋਬਾ ਨੌਜ਼ਬਿਲ ਅਸਤਗਫੁਰੁल्लाह ਜ਼ਮੀਨ ਦਾ ਖੁਦਾ ਹੈ, ਸ਼ਾਇਦ ਇਹਨੂੰ ਕਦੀ ਮੌਤ ਹੀ ਨਹੀਂ ਆਣੀ, ਮਾਰ ਨਹੀਂ ਸਕਦਾ, ਮਾਰ ਹੀ ਨਹੀਂ ਸਕਦਾ। ਉਹ ਫਿਰ ਉਹਨੂੰ ਦੇਖਣ ਲਈ ਆਏ। ਉਹਨੂੰ ਜਦੋਂ ਉਹਨਾਂ ਨੇ ਲੋਕਾਂ ਨੇ ਮਰਿਆ ਦੇਖਿਆ ਨਾ, ਤੇ ਫਿਰ ਲੋਕਾਂ ਦੇ ਦਿਮਾਗ 'ਚ ਯਕੀਨ ਆਇਆ ਕਿ ਕੁੱਲੋ ਨਫਸ ਜ਼ਾਇਕਾਤੁਲ ਮੌਤ, ਹਰ ਜਾਨਦਾਰ ਚੀਜ਼ ਨੇ ਮੌਤ ਦਾ ਜ਼ਾਇਕਾ ਚਖਣਾ ਹੈ। ਭੋਲਾ ਸੁਨਿਆਰਾ ਤੇ ਕੋਈ ਸ਼ੈ ਹੀ ਨਹੀਂ ਸੀਗੀ। ਇਹ ਗੱਲ ਕਰਨ ਦਾ ਮਕਸਦ ਹੈ ਫਿਰ ਇੰਨਾ ਵੱਡਾ ਜਨਾਜ਼ਾ ਉਹਦਾ ਐਸ ਕਰਕੇ ਹੋਇਆ ਸੀ। ਉਹਦੀ ਮੇਜਰ ਰੀਜ਼ਨ ਇਹ ਹੀ ਸੀ। ਹੋਰ ਭੋਲੇ ਸੁਨਿਆਰੇ ਨੇ ਕੋਈ ਨੇਕ ਅਮਲ ਨਹੀਂ ਸੀ ਕੀਤਾ ਆ, ਤੇ ਨਾ ਉਹਨੂੰ ਐਪਰੀਸ਼ੀਏਟ ਕਰਨਾ ਸੀ ਜਾਂ ਉਹਨੂੰ ਕੋਈ ਟਰਬਿਊਟ ਪੇਸ਼ ਕਰਨਾ ਸੀ। ਪ੍ਰੋਗਰਾਮ ਹੋ ਰਿਹਾ ਹੈ, ਇਹ ਆਵਾਮ ਦੀ ਸਲਾਹ ਵਾਸਤੇ ਹੋ ਰਿਹਾ ਪ੍ਰੋਗਰਾਮ। ਜੇ ਭੋਲੇ ਸੁਨਿਆਰੇ ਵਰਗਾ ਬੰਦਾ ਮਰ ਸਕਦਾ ਹੈ, ਭੋਲੇ ਸੁਨਿਆਰੇ ਵਰਗੇ ਬੰਦੇ ਨੇ ਨਾ ਕੁਛ ਨਾਲ ਲਿਖ ਗਿਆ, ਨਾ ਉਹਦੀ ਜਾਇਦਾਦ ਨਾਲ ਗਈ, ਨਾ ਉਹਦੀ ਜਿਹੜੀ ਦਹਿਸ਼ਤ ਸੀ ਉਹ ਨਾਲ ਗਈ, ਨਾ ਤੇ ਉਹਦੀ ਦਹਿਸ਼ਤ ਉਹਨੂੰ ਬਖਸ਼ਵਾ ਸਕਦੀ ਏ, ਨਾ ਉਹਦੀ ਦੌਲਤ ਬਖਸ਼ਵਾ ਸਕਦੀ ਏ। ਹਮੇਸ਼ਾ ਇਨਸਾਨ ਦੇ ਨੇਕ ਅਮਲ ਜਿਹੜੇ ਨੇ ਉਹ ਉਹਨੂੰ ਬਖਸ਼ਵਾਉਂਦੇ ਨੇ। ਤੇ ਭੋਲਾ ਸੁਨਿਆਰਾ ਅਗਰ ਨੇਕ ਆਦਮੀ ਹੈ ਤੇ ਇਹ ਭੋਲਾ ਸੁਨਿਆਰਾ ਬਣਨ, ਤੇ ਜੇ ਭੋਲਾ ਸੁਨਿਆਰਾ ਇਹਨਾਂ ਦੀ ਨਜ਼ਰ ਦੇ ਵਿੱਚ ਵਿਲਨ ਹੈ ਤੇ ਫਿਰ ਤੁਸੀਂ ਭੋਲਾ ਸੁਨਿਆਰਾ ਬਣਨ ਦੀ ਬਿਲਕੁਲ ਕੋਸ਼ਿਸ਼ ਨਾ ਕਰਨਾ। ਦੂਸਰੀ ਜਾਨਿਬ ਜਿਹੜੀ ਹੈ ਉਹ ਪੁਲਿਸ ਸੀ 1996-97 ਦੀ, ਇਹ ਪੁਲਿਸ ਹੈ 2025 ਦੇ ਵਿੱਚ। ਜਿਹੜਾ ਬੰਦਾ ਖਾਬ ਦੇ ਵਿੱਚ ਵੀ ਪੁਲਿਸ ਮੁਕਾਬਲਾ ਕਰਦਾ ਹੈ ਨਾ, ਤੇ ਜਦੋਂ ਉਹਦੀ ਅੱਖ ਖੁੱਲਦੀ ਹੈ ਨਾ, ਉਹਨੂੰ ਹੱਥ ਘੜੀ ਲੱਗ ਗਈ ਹੁੰਦੀ। ਅੱਛਾ ਬੰਦਾ ਬਣੋ ਜਿਹਦੇ ਨਾਲ ਮੁਲਕ ਦਾ ਨਾਮ ਰੋਸ਼ਨ ਹੋਵੇ, ਤੁਹਾਡੇ ਵਾਲਿदैन ਦਾ ਨਾਮ ਰੋਸ਼ਨ ਹੋਵੇ। ਬਦਮਾਸ਼ੀਆਂ, ਪਸਤੌੜ ਰੱਖਣੇ, ਨਸ਼ੇ, ਸ਼ਰਾਬਾਂ, ਇਹਨਾਂ ਚੀਜ਼ਾਂ 'ਚ ਕੁਛ ਨਹੀਂ ਪਿਆ। ਆਪਣਾ ਤੇ ਆਪਣੀ ਫੈਮਿਲੀ ਦਾ ਬਹੁਤ ਸਾਰਾ ਖਿਆਲ ਰੱਖੋ। ਮੇਰਾ ਮੈਸੇਜ ਇਹੀ ਹੈ। ਤੁਸੀਂ ਇਸ ਸਟੋਰੀ ਦੇ ਬਾਰੇ ਨਾਲ ਆਪਣੀ ਕੀ ਰਾਏ ਰੱਖਦੇ ਹੋ, ਤੇ ਤੁਹਾਨੂੰ ਇਹ ਸਟੋਰੀ ਤੋਂ ਕੀ ਸਬਕ ਮਿਲਦਾ ਹੈ? ਆਪਣੀ ਜਿਹੜੀ ਰਾਏ ਉਹਦਾ ਇਜ਼ਹਾਰ ਕਮੈਂਟ ਸੈਕਸ਼ਨ ਜ਼ਰੂਰ ਕਰੋ। ਤੇ ਮੈਨੂੰ ਤੇ ਸ਼ਾਜ਼ੀ ਭਾਈ ਨੂੰ ਦਿਓ ਇਜਾਜ਼ਤ। ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਗੈਂਗ ਦੀ ਸਟੋਰੀ ਲੈ ਕੇ। ਉਦੋਂ ਤੱਕ ਰੱਬ ਰੱਖਾ।